ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ, ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਜਦੋਂ ਅਸੀਂ ਤੁਹਾਡੇ ਨਾਲ ਪਿਛਲੇ ਹਫਤੇ ਫਰਾਈਡੇ ਨੂੰ ਜੁੜੇ ਸੀ, ਇੱਕ ਤੁਸੀਂ ਕਹਿ ਲਓ ਐਕਸਾਈਟਮੈਂਟ ਸੀਗੀ ਕਿ ਕਿਸ ਤਰ੍ਹਾਂ ਇਸ ਵਾਰੀ ਪੰਜਾਬ ਦੇ ਵਿੱਚ ਇਲੈਕਸ਼ਨਸ ਅਨਫੋਲਡ ਹੋਣਗੇ, ਕਿ ਜਿੱਥੇ ਇੰਨੀ ਵੱਡੀ ਲਹਿਰ ਇੱਕ ਬਣੀ ਸੀ, ਇੱਕ ਵੇਵ ਆਈ ਸੀ ਕਿਸਾਨ ਮੋਰਚੇ ਦੇ ਨਾਲ ਕਿ ਬਦਲਾਵ ਅਸੀਂ ਲੈ ਕੇ ਆਉਣਾ ਹੈ। ਕਿ ਉਹ ਬਦਲਾਵ ਅਸਲ ਦੇ ਵਿੱਚ ਵੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਇਸ ਇਲੈਕਸ਼ਨ ਦੀ ਪੋਲਿੰਗ ਵਿੱਚ, ਜਾਂ ਫਿਰ ਕੁਝ ਹੋਰ ਹੀ ਤੁਸੀਂ ਕਹਿ ਲਓ ਸਿਨੈਰੀਓ ਸੀਗਾ। ਆਫ ਕੋਰਸ ਪੋਲੀਟੀਕਲ ਚੇਂਜ ਲੈ ਕੇ ਆਉਣਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਉਹਦੇ ਬਾਰੇ ਗੱਲ ਕਰਨਾ, ਉਹਨੂੰ ਇੱਕ ਕੈਂਪੇਨ ਦੇ ਤੌਰ 'ਤੇ, ਇੱਕ ਵਾਅਦੇ ਦੇ ਤੌਰ 'ਤੇ ਇਸਤੇਮਾਲ ਕਰਨਾ ਕਾਫੀ ਸੌਖਾ ਹੁੰਦਾ ਹੈ, ਬਟ ਉਹਨੂੰ ਰਿਐਲਿਟੀ ਬਣਾਉਣਾ ਬਹੁਤ ਔਖਾ ਹੁੰਦਾ ਹੈ। ਐਂਡ ਸ਼ਾਇਦ ਕਿਤੇ ਨਾ ਕਿਤੇ ਇਹ ਰਿਐਲਿਟੀ ਸਾਨੂੰ ਵੇਖਣ ਨੂੰ ਨਹੀਂ ਮਿਲੀ। ਬਟ ਇਨ ਐਨੀ ਕੇਸ ਪੰਜਾਬ ਦੇ ਵਿੱਚ ਇਲੈਕਸ਼ਨਸ ਹੋਏ, ਉਹਨਾਂ ਦਾ ਨਤੀਜਾ ਸਾਨੂੰ ਮਾਰਚ 10 ਤਰੀਕ ਨੂੰ ਪਤਾ ਲੱਗੂਗਾ। ਇਸ ਵੇਲੇ ਤਾਂ ਸਾਰੇ ਆਪ ਦੀ ਇੱਕ ਵਾਰੀ ਫਿਰ, ਜਿੱਦਾਂ ਅਸੀਂ ਵੈਦਰ ਦੀ ਫੋਰਕਾਸਟਿੰਗ ਵੇਖਦੇ ਹੈ, ਸਾਰੇ ਹੀ ਆਪਣੀ ਫੋਰਕਾਸਟਿੰਗ ਕਰ ਰਹੇ, ਖਾਸ ਕਰਕੇ ਜੋ ਇਸ ਵਾਰੀ ਵੋਟਰ ਟਰਨਆਊਟ ਦੇ ਨੰਬਰਸ ਵੇਖਣ ਨੂੰ ਮਿਲੇ। ਇਨਫੈਕਟ ਵੋਟਰ ਟਰਨਆਊਟ ਇਸ ਇਲੈਕਸ਼ਨ ਦੇ ਵਿੱਚ 70% ਦੇ ਕਰੀਬ ਸੀਗਾ, ਜੋ ਕਿ 2017 ਦੇ ਇਲੈਕਸ਼ਨਸ ਤੋਂ ਘੱਟ ਸੀ। 2017 ਦੇ ਵਿੱਚ 77.4% ਵੋਟਰ ਟਰਨਆਊਟ ਸੀਗਾ, ਅਤੇ ਐਤਕੀ 71% ਵੋਟਰ ਟਰਨਆਊਟ ਸੀ। ਸੋ ਜ਼ਿਆਦਾ ਨਹੀਂ ਨੰਬਰਸ ਦੇ ਵਿੱਚ ਫਰਕ, ਬਟ ਫਿਰ ਵੀ ਜਿਸ ਤਰ੍ਹਾਂ ਦੇ ਨੰਬਰਸ ਤੁਸੀਂ ਉਮੀਦ ਕਰ ਸਕਦੇ ਹੋ ਕਿ ਜਦੋਂ ਅਸੀਂ ਇੱਕ ਬਦਲਾਵ ਦੀ ਗੱਲ ਕਰਦੇ ਹਾਂ, ਇੱਕ ਵੇਵ ਦੀ ਗੱਲ ਕਰਦੇ ਹਾਂ, ਖਾਸ ਕਰਕੇ ਕੁਝ ਪਾਰਟੀਜ਼ ਜਿਨ੍ਹਾਂ ਨੇ ਇੱਕ ਚੇਂਜ ਪਲੈਟਫਾਰਮ ਉੱਤੇ ਆਪ ਦੀ ਕੈਂਪੇਨ ਰਨ ਕੀਤੀ, ਸ਼ਾਇਦ ਉਹ ਚੇਂਜ ਜਿਸ ਤਰ੍ਹਾਂ ਉਹ ਉਮੀਦ ਕਰ ਰਹੇ ਸੀ ਨਹੀਂ ਵੇਖਣ ਨੂੰ ਮਿਲਿਆ। ਅਗਰ ਵੋਟਰ ਟਰਨਆਊਟ 17 ਤੋਂ ਵੀ ਘੱਟ ਸੀਗਾ, ਦੈਨ ਡੈਫੀਨੇਟਲੀ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਸੀ। ਇਸ ਇਲੈਕਸ਼ਨ ਦੇ ਵਿੱਚ ਕਾਫੀ ਸਾਰੇ ਸਟੋਰੀਜ਼ ਵੱਖ-ਵੱਖ ਡਿਸਟ੍ਰਿਕਟਸ, ਵੱਖ-ਵੱਖ ਹਲਕਿਆਂ ਤੋਂ ਸੁਣਨ ਨੂੰ ਮਿਲੀਆਂ। ਕੁਛ ਇਹੋ ਜਿਹੀ ਵੀ ਸਟੋਰੀਜ਼ ਸੀਗੀਆਂ ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਤਾਂ ਨਹੀਂ ਹੁੰਦੀ, ਬਟ ਫਿਰ ਵੀ ਲੱਗਦਾ ਹੈ ਕੀ ਹਾਲ ਹੈਗਾ ਪੰਜਾਬ ਦਾ। ਪੋਲਿੰਗ ਪਲੇਸਿਸ ਨੂੰ ਉਹਨਾਂ ਦੇ ਵਿੱਚ ਅਫੜਾ ਦਫੜੀ ਹੋ ਰਹੀ ਸੀ। ਕਈ ਪੋਲਿੰਗ ਪਲੇਸਿਸ ਨੂੰ ਜਲਦੀ ਬੰਦ ਕਰ ਦਿੱਤਾ ਗਿਆ। ਫਿਰ ਜਦੋਂ ਲੋਕਾਂ ਨੇ ਪ੍ਰੈਸ਼ਰ ਪਾਇਆ ਕਿ ਨਹੀਂ ਤੁਸੀਂ ਖੋਲ੍ਹੋ, ਹਲੇ ਸਾਡੀ ਵੋਟਿੰਗ ਚੱਲ ਰਹੀ ਹੈ, ਉਹਨਾਂ ਨੂੰ ਜ਼ਬਰਦਸਤੀ ਖੋਲ੍ਹਿਆ ਗਿਆ, ਫਿਰ ਵੋਟਿੰਗ ਰਿਜ਼ਿਊਮ ਕੀਤੀ ਗਈ। ਕਈਆਂ 'ਤੇ ਥੋੜ੍ਹਾ ਜਿਹੀ ਵਾਇਲੈਂਸ ਵੀ ਵੇਖਣ ਨੂੰ ਮਿਲੀਆਂ, ਹਿੰਸਾ ਵੇਖਣ ਨੂੰ ਮਿਲੀ। ਇਨਫੈਕਟ ਸੋਨੂ ਸੂਦ ਪੰਜਾਬੀ ਐਕਟਰ, ਜੋ ਕਿ ਕਾਫੀ ਮਸ਼ਹੂਰ ਪਿਛਲੇ ਕੁਝ ਸਾਲੋਂ ਦੇ ਵਿੱਚ ਵੀ ਹੋਏ, ਕੋਵਿਡ ਦੇ ਉਹਨਾਂ ਨੇ ਕਾਫੀ ਚੈਰੀਟੇਬਲ ਕੰਮ ਕੀਤੇ। ਉਹਨਾਂ ਦੀ ਜੋ ਸਿਸਟਰ ਹੈਗੇ, ਉਹ ਮੋਗਾ ਤੋਂ ਕਾਂਗਰਸ ਲਈ ਇਲੈਕਸ਼ਨ ਦੇ ਵਿੱਚ ਖੜੇ ਹੋਏ ਸੀ। ਐਂਡ ਜਦੋਂ ਇਹ ਪਹੁੰਚੇ ਵੋਟਿੰਗ ਬੂਥ ਦੇ ਵਿੱਚ, ਇਹਨਾਂ ਨੂੰ ਰੋਕਿਆ ਗਿਆ, ਇਹਨਾਂ ਦੇ ਵਹੀਕਲ ਨੂੰ, ਇਹਨਾਂ ਦੀ ਗੱਡੀ ਨੂੰ ਇੰਪਾਊਂਡ ਕੀਤਾ ਗਿਆ ਇਸ ਦਰਜੇ ਅੰਦਰ ਦੈਟ ਤੁਸੀਂ ਇਸ ਇਲੈਕਸ਼ਨ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਆਪ ਦੀ ਸੈਲੈਬ੍ਰਿਟੀ ਸਟੇਟਸ ਦੇ ਨਾਲ। ਸੋ ਵੰਸ ਅਗੇਨ ਸੋਨੂ ਸੂਦ ਕਾਫੀ ਪੋਪੂਲਰ ਪੰਜਾਬੀ ਐਕਟਰ ਜੋ ਖੁਦ ਮੋਗੇ ਤੋਂ ਹੈਗੇ, ਉਹਨਾਂ ਨੇ ਕਿਹਾ ਕਿ ਮੈਂ ਤਾਂ ਖੁਦ ਇੱਥੋਂ ਆਇਆ, ਮੈਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਆਇਆ, ਬਟ ਉਹਨਾਂ ਨੂੰ ਨਹੀਂ ਨਹੀਂ ਕਰ ਪਾਏ। ਇਨਫੈਕਟ ਉਹਨਾਂ 'ਤੇ FIR ਵੀ ਦਰਜ ਹੋਈ। ਸੋ ਇਨ ਐਨੀ ਕੇਸ ਇਹ ਤਾਂ ਮੇਨ ਇਲੈਕਸ਼ਨ ਡੇ ਦੀ ਚੀਜ਼ਾਂ ਸੀਗੀਆਂ। ਕੁਝ ਪਾਰਟਨਰਸ਼ਿਪਸ ਵੀ ਸੁਣਨ ਨੂੰ ਮਿਲੀਆਂ, ਜਿਸ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ BJP ਅਤੇ ਅਕਾਲੀਆਂ ਦੀ ਪਾਰਟਨਰਸ਼ਿਪ, ਜੋ ਇੱਕ ਕਨਵੀਨੀਅੰਸ ਦਾ ਵਿਆਹ ਸੀਗਾ, ਮੈਰਿਜ ਆਫ ਕਨਵੀਨੀਅੰਸ, ਉਹ ਅਫੀਸ਼ੀਅਲੀ ਟੁੱਟ ਗਈ ਸੀ। ਐਂਡ ਹੋਰ ਮੈਰਿਜਸ ਜਾਂ ਹੋਰ ਅਲਾਇੰਸਿਸ ਬਣ ਚੁੱਕੀਆਂ ਸੀ। ਬਟ ਹਲੇ ਵੀ ਅਗਰ ਤੁਸੀਂ ਦੇਖੋ, CM ਚੰਨੀ ਦੀ ਇੱਕ ਟਵੀਟ ਆਈ ਜਿਹਨੇ ਕਿਹਾ ਕਿ ਅਕਾਲੀ ਐਂਡ BJP ਪਾਰਟਨਰਸ਼ਿਪ ਹੁਣ ਆਊਟ ਇਨ ਦ ਓਪਨ ਹੈ, ਖੁੱਲ੍ਹੇ ਤੌਰ ਨਾਲ ਸਾਨੂੰ ਦਿਖ ਸਕਦਾ ਹੈ ਕਿ ਅਕਾਲੀ BJP ਹਲੇ ਵੀ ਇੱਕ ਦੂਜੇ ਨਾਲ ਰਲੇ ਹੋਏ ਹਨ। ਇਹ ਤੁਸੀਂ ਦੇਖ ਸਕਦੇ ਹੋ ਬਿਕੋਜ਼ ਦੋਨੋਂ ਹੀ ਸਪੋਰਟ ਲੈ ਰਹੇ ਹੈ ਡੇਰਾ ਸੱਚਾ ਸੌਦਾ ਤੋਂ। ਸੋ ਇਹ ਜੋ ਡੇਰਾ ਸੱਚਾ ਸੌਦਾ ਦਾ ਪੂਰਾ ਇਹ ਤੁਸੀਂ ਕਹਿ ਲਓ ਸਿਨੈਰੀਓ ਹੈਗਾ, ਇਹਦੀ ਵੀ ਟਾਈਮਿੰਗ ਕਾਫੀ
ਕੁਐਸਚਨੇਬਲ ਹੈਗੀ, ਖਾਸ ਕਰਕੇ ਰਾਮ ਰਹੀਮ ਦਾ ਰਿਲੀਜ਼ ਹੋਣਾ, ਜਿਸ ਤਰ੍ਹਾਂ ਦੀ ਸਿਕਿਉਰਿਟੀ ਦਿੱਤੀ ਗਈ। ਆਈ ਮੀਨ ਇਹ ਸਾਰੀ ਚੀਜ਼ਾਂ ਇਨ ਕੁਛ ਦਿਨਾਂ ਦੇ ਵਿੱਚ ਡਿਵੈਲਪ ਹੋਈਆਂ। ਐਂਡ ਆਫ ਕੋਰਸ ਅਗਰ ਇਹਨਾਂ ਨੂੰ ਤੁਸੀਂ ਇੱਕ ਉੱਪਰ ਉੱਠ ਕੇ ਵੇਖੋ, ਆਫ ਕੋਰਸ ਇਹ ਇਲੈਕਸ਼ਨ ਨੂੰ ਇਨਫਲੂਐਂਸ ਕਰਨ ਲਈ ਹੋਏ। ਸੋ ਇਟਸ ਜਸਟ ਸਾਨੂੰ ਤਾਂ ਹੱਸੀ ਵੀ ਆਉਂਦੀ ਹੈ ਸੋਚ ਕੇ ਕਿ ਇੱਕ ਪਾਸੇ ਸੋਨੂ ਸੂਦ ਵੋਟਿੰਗ ਬੂਥ 'ਤੇ ਜਾ ਰਿਹਾ, ਉਹਨੂੰ ਰੋਕਿਆ ਜਾਂਦਾ, ਉਹਦੀ ਗੱਡੀ ਨੂੰ ਇੰਪਾਊਂਡ ਕੀਤਾ ਜਾਂਦਾ ਇਹ ਕਹਿ ਕੇ ਕਿ ਤੂੰ ਇਲੈਕਸ਼ਨ ਨੂੰ ਸਵੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੂਜੇ ਪਾਸੇ ਇੱਕ ਹਾਈ ਪ੍ਰੋਫਾਈਲ ਕ੍ਰਿਮੀਨਲ ਨੂੰ ਰਿਲੀਜ਼ ਕੀਤਾ ਜਾਂਦਾ ਹੈ ਤੇ ਜ਼ੀ ਲੈਵਲ, ਮਤਲਬ ਜਿੰਨੀ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਹੁੰਦੀ ਹੈ, ਜ਼ੀ ਲੈਵਲ ਸਿਕਿਉਰਿਟੀ ਦਿੱਤੀ ਜਾਂਦੀ ਹੈ ਇਲੈਕਸ਼ਨ ਦੇ ਬਿਲਕੁਲ ਨੇੜੇ। ਸੋ ਇੱਥੇ ਬਹੁਤ ਵੱਡੇ ਕੁਝ ਸਵਾਲ ਉੱਠਦੇ ਹਨ। ਆਫ ਕੋਰਸ ਦੀਪ ਸਿੱਧੂ ਦਾ ਇੱਕ ਲੂਮਿੰਗ ਸਵਾਲ ਇੱਥੇ ਉੱਠਦਾ ਹੈ ਕਿ ਕਿਸ ਤਰ੍ਹਾਂ ਦੀਪ ਸਿੱਧੂ ਦੀ ਟ੍ਰੈਜਿਕ ਡੈਥ ਐਕਸੀਡੈਂਟ ਦੇ ਵਿੱਚ ਜੋ ਪਿਛਲੇ ਹਫਤੇ ਹੋਈ, ਉਹਦਾ ਕੀ ਇੰਪੈਕਟ ਰਿਹਾ ਇਸ ਇਲੈਕਸ਼ਨ ਦੇ ਵਿੱਚ। ਆਫ ਕੋਰਸ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਦੀਪ ਸਿੱਧੂ ਕੈਂਪੇਨ ਵਿੱਚ ਇਨਵੋਲਵ ਸੀਗੇ, ਉਹ ਖੁਦ ਇਸ ਇਲੈਕਸ਼ਨ ਦੇ ਵਿੱਚ ਰਲ ਕੇ ਹਲਕਿਆਂ ਦੇ ਵਿੱਚ ਜਾ ਰਹੇ ਸੀ। ਐਂਡ ਉਹਨਾਂ ਦੇ ਇਸ ਤਰ੍ਹਾਂ ਉਹਨਾਂ ਦੀ ਇਸ ਟ੍ਰੈਜਿਕ ਡੈਥ ਦਾ ਕੀ ਇੰਪੈਕਟ ਹੋਇਆ, ਕੀ ਵੋਟਰਸ ਉਹਨਾਂ ਦੇ ਨਾਲ ਹੋਰ ਜੁੜ ਕੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ, ਜਾਂ ਕਿ ਉਹਨਾਂ ਦੇ ਇਸ ਦੇਹਾਂਤ ਕਰਕੇ ਲੋਕੀ ਡਿਸਕਰੇਜ ਹੋਏ ਕਿ ਇਸ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਤਾਂ ਕੋਈ ਫਾਇਦਾ ਹੀ ਨਹੀਂ, ਸਿਸਟਮ ਨੂੰ ਅਸੀਂ ਕਿਸ ਤਰ੍ਹਾਂ ਚੇਂਜ ਕਰ ਸਕਦੇ ਹਾਂ। ਅਗਰ ਇਹੋ ਜਿਹਾ ਬੰਦਾ ਜੋ ਇੰਨਾ ਕੁਛ ਕਹਿ ਕੇ ਇੰਨੇ ਉੱਚੇ ਤੁਸੀਂ ਕਹਿ ਲਓ ਹਾਈ ਪ੍ਰੋਫਾਈਲ ਜਗ੍ਹਾ 'ਤੇ ਪਹੁੰਚ ਕੇ ਵੀ ਨਹੀਂ ਕੁਛ ਕਰ ਸਕਿਆ ਤੇ ਆਮ ਆਦਮੀ ਕੀ ਕਰ ਸਕਦਾ ਹੈ। ਇਹ ਸਾਰੀ ਚੀਜ਼ਾਂ ਦੇ ਸਵਾਲ ਉੱਠਦੇ ਹੈ। ਅੱਜ ਤੁਹਾਡੇ ਨਾਲ ਲਾਈਵ ਜੁੜੇ ਹਾਂ, ਤੁਸੀਂ ਆਪ ਦੇ ਸਵਾਲ ਸਾਡੇ ਨਾਲ ਰੱਖ ਸਕਦੇ ਹੋ। ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਹਾਂ ਕਿ ਸੰਡੇ ਦੇ ਇਲੈਕਸ਼ਨ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ, ਕਿਸ ਤਰ੍ਹਾਂ ਇਹ ਅੱਗੇ ਡਿਵੈਲਪ ਹੋਏਗਾ, ਕਿਸ ਤਰ੍ਹਾਂ ਇਹਦੇ ਰਿਜ਼ਲਟਸ ਨਿਕਲਣਗੇ ਤੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਪੰਜਾਬ ਦੀ ਕੀ ਸਥਿਤੀ ਬਣੂਗੀ। ਬਿਕੋਜ਼ ਇਸ ਵੇਲੇ ਤਾਂ ਤੁਸੀਂ ਕਹਿ ਲਓ ਇੱਕ ਇੱਕ ਮਿਡਲ ਗਰਾਊਂਡ ਸਟੇਟ ਦੇ ਵਿੱਚ ਹੈਗੇ, ਨਾ ਇਸ ਪਾਸੇ ਨਾ ਉਸ ਪਾਸੇ। 10 ਤਰੀਕ ਨੂੰ ਜਦੋਂ ਰਿਜ਼ਲਟਸ ਨਿਕਲੇ ਤਦ ਹੀ ਪਤਾ ਲੱਗੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਕੀ ਬਣੂਗਾ। ਬਟ ਇਨ ਦਿਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਤੇ ਜੋ ਕੁਝ ਹੋਏਗਾ ਉਹਦਾ ਬਹੁਤ ਵੱਡਾ ਇੰਪੈਕਟ ਵੇਖਣ ਨੂੰ ਮਿਲੇਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਕੁਝ ਹੁਣ ਹੈਡਲਾਈਨਸ ਦੱਸੀਆਂ, ਇਹੋ ਜਿਹੀ ਕਾਫੀ ਹੈਡਲਾਈਨਸ ਆਉਣ ਵਾਲੇ ਦਿਨਾਂ ਦੇ ਵਿੱਚ ਸੁਣਨ ਨੂੰ ਮਿਲਣਗੀਆਂ। ਸੋ ਅੱਜ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਹਾਂ ਇਸ ਇਲੈਕਸ਼ਨ ਨੂੰ ਲੈ ਕੇ। ਕੀ ਤੁਸੀਂ ਸੋਚਦੇ ਹੋ ਇਨ ਸਾਰੀ ਚੀਜ਼ਾਂ 'ਤੇ ਸਵਾਲ ਉੱਠਣੇ ਚਾਹੀਦੇ ਹੈ ਤੇ ਕੀ ਨਤੀਜਾ ਹੋਣਾ ਚਾਹੀਦਾ ਹੈ ਤੇ ਕੀ ਅਸਲ ਦਾ ਨਤੀਜਾ ਹੋਏਗਾ। ਅੱਜ ਅਸੀਂ ਵੀ ਥੋੜ੍ਹੀ ਜਿਹੀ ਆਪ ਦੀ ਫੋਰਕਾਸਟਿੰਗ ਕਰਦੇ ਹਾਂ, ਜਿੱਥੇ ਅਸੀਂ ਹਮੇਸ਼ਾ ਕਹਿੰਦੇ ਕਿ ਕੱਲ੍ਹ ਮੌਸਮ ਇੱਦਾਂ ਦਾ ਹੋਏਗਾ ਉੱਦਾਂ ਦਾ ਹੋਏਗਾ। ਅੱਜ ਅਸੀਂ ਥੋੜ੍ਹੇ ਜਿਹੇ ਪੰਜਾਬ ਦੇ ਪੋਲੀਟੀਕਲ ਸਥਿਤੀ ਬਾਰੇ ਤੇ ਰਾਜਨੀਤੀ ਬਾਰੇ ਫੋਰਕਾਸਟਿੰਗ ਕਰਦੇ ਹਾਂ। ਇੱਕ ਵਾਰੀ ਫਿਰ ਲਾਈਵ ਤੁਹਾਡੇ ਨਾਲ ਜੁੜੇ ਹਾਂ, ਤੁਸੀਂ ਜ਼ਰੂਰ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਆਪਦੇ ਵਿਚਾਰ ਸਾਂਝੇ ਕਰ ਸਕਦੇ ਹੋ। ਇਸੇ ਤਰ੍ਹਾਂ ਗੱਲ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਸਾਰਿਆਂ ਨੂੰ ਸਵਾਗਤ ਕਰਦੇ ਹਾਂ, ਤੁਸੀਂ ਵੇਖ ਰਹੇ ਹੋ ਲਾਈਵ ਪ੍ਰੋਗਰਾਮ ਅੱਜ ਦਾ ਮੁੱਦਾ। ਤੇ ਅੱਜ ਅਸੀਂ ਥੋੜ੍ਹੀ ਜਿਹੀ ਆਪਣੀ ਖੁਦ ਦੀ ਫੋਰਕਾਸਟਿੰਗ ਕਰ ਰਹੇ ਹਾਂ। ਜਿੱਥੇ ਐਤਵਾਰ ਨੂੰ ਇਲੈਕਸ਼ਨਸ ਹੋ ਹਟੇ ਪੰਜਾਬ ਦੇ ਵਿੱਚ, ਵੋਟਰ ਟਰਨਆਊਟ ਥੋੜ੍ਹਾ ਜਿਹਾ ਘੱਟ ਸੀਗਾ 2017 ਦੀ ਇਲੈਕਸ਼ਨ ਤੋਂ ਜਦੋਂ ਤੁਸੀਂ ਕੰਪੇਅਰ ਕਰੋ, ਤੇ ਲਾਰਜਲੀ ਕੋਈ ਵੱਡੇ ਇਨਸੀਡੈਂਟਸ ਨਹੀਂ ਹੋਏ। ਮਾੜੇ ਮੋਟੇ ਛੋਟੇ ਇੰਸੀਡੈਂਟਸ ਜ਼ਰੂਰ ਹੋਏ, ਜਿਨ੍ਹਾਂ ਦੇ ਵਿੱਚੋਂ ਇੱਕ ਸੀਗਾ ਸੋਨੂ ਸੂਦ ਦਾ ਇੰਸੀਡੈਂਟ ਜਿਹਦੇ ਬਾਰੇ ਤੁਹਾਨੂੰ ਦੱਸਿਆ। ਬਟ ਇਲੈਕਸ਼ਨ ਦਿਨ ਨੂੰ ਛੱਡ ਕੇ ਕਾਫੀ ਵੱਡੀ ਇਹੋ ਜਿਹੀ ਸਟੋਰੀਜ਼ ਹੈਗੀਆਂ ਜਿਨ੍ਹਾਂ ਦਾ ਨੋ ਡਾਊਟ ਇਸ ਇਲੈਕਸ਼ਨ 'ਤੇ ਫਰਕ ਪਿਆ, ਜਿਨ੍ਹਾਂ ਦਾ ਇੰਪੈਕਟ ਪਿਆ। ਭਾਵੇਂ ਉਹ ਦੀਪ ਸਿੱਧੂ ਦੀ ਡੈਥ ਹੋਵੇ, ਭਾਵੇਂ ਉਹ ਰਾਮ ਰਹੀਮ ਦਾ ਜੇਲ੍ਹ ਤੋਂ ਨਿਕਲਣਾ ਹੋਏ ਤੇ ਹੋਰ ਇਹੋ ਜਿਹੇ ਵੱਖ-ਵੱਖ ਇੰਸੀਡੈਂਟਸ। ਅੱਜ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਤੁਹਾਡੇ ਓਵਰਆਲ ਕੀ ਵਿਚਾਰ ਹਨ। ਲਾਈਵ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਜ਼ਰੂਰ ਕਾਲ ਕਰਕੇ ਆਪਦੇ ਵਿਚਾਰ ਸਾਂਝੇ ਕਰੋ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਅਸ਼ਮਿਤਾ ਜੀ। ਸਤਿ ਸ਼੍ਰੀ ਅਕਾਲ ਡਾਕਟਰ ਬਾਜਵਾ ਜੀ, ਗੁੱਡ ਟੂ ਹੈਵ ਯੂ। ਹਾਂਜੀ ਦੱਸੋ ਡਾਕਟਰ ਸਾਹਿਬ, ਤੁਹਾਡੇ ਇਲੈਕਸ਼ਨਸ ਨੂੰ ਲੈ ਕੇ ਕੀ ਵਿਚਾਰ ਹਨ। ਮੈਂ ਜੋ ਇਹਦੇ 'ਚ ਅਬਜ਼ਰਵ ਕੀਤਾ ਹੈ, ਇੱਕ ਤਾਂ ਇਹ ਕਿ ਪਹਿਲਾ ਟਾਈਮ ਹੈ ਕਿ 5 ਤਾਂ ਪਾਰਟੀਆਂ ਖੜੀਆਂ ਜੀ, ਔਰ ਕੁਝ ਉਸ ਤੋਂ ਇਲਾਵਾ ਇੰਡੀਪੈਂਡੈਂਟਸ ਵੀ ਹਰ ਸੀਟ ਤੇ ਖੜੇ ਜੀ। ਲੋਵੈਸਟ ਪੋਲਿੰਗ ਹੋਈ ਹੈ ਪਿਛਲੀ 4-5 ਇਲੈਕਸ਼ਨ 'ਚ। ਔਰ ਲੂਜ਼ ਟਾਕ ਜਿਹੜੀ ਹੈ ਹਰ ਲੀਡਰਸ ਤੋਂ ਫਰਮ ਬਾਟਮ ਟੂ ਟਾਪ ਬਹੁਤ ਜ਼ਿਆਦਾ ਹੋਈ ਹੈ ਜੀ। ਬਿਲਕੁਲ, ਜਿਹੜੇ ਵੋਟਰਸ ਹੈ ਉਹ ਕਾਫੀ ਜ਼ਿਆਦਾ ਅਵੇਅਰ ਸੀ, ਸਪੈਸ਼ਲੀ ਕਰਪਸ਼ਨ, ਮਾਫੀਆ, ਸੈਂਡ ਜਿਹੜੀ
ਚਿੱਟਾ ਇਸ਼ੂ ਔਰ ਮੋਰ ਓਵਰ ਉਹ ਬੜੇ ਵੋਕਲ ਸੀ ਐਂਡ ਦੇ ਨੇਮਡ ਦਾ ਲੀਡਰਸ ਟੂ ਜੀ ਜਿਨ੍ਹਾਂ ਨੇ ਇਹ ਕੰਮ ਕੀਤੇ ਆ। ਇਹ ਦੈਟਸ ਅ ਗੁੱਡ ਸਾਈਨ ਫॉर ਇਵਾਲਵਿੰਗ ਡੈਮੋਕ੍ਰੇਸੀ। ਹੁਣ ਇਸ ਤੋਂ ਅੱਗੇ ਇਹ ਹੈ ਕਿ ਅਕਾਲੀਆਂ ਨੇ ਮੋਸਟ ਕੰਸਿਸਟੈਂਟ ਕੰਪੇਨ ਰਨ ਕੀਤੀ ਹੈ ਸੁਖਬੀਰ ਸਿੰਘ ਨੇ ਬਿਸਾਈਡਸ ਆਰਟਸ, ਔਰ ਕਾਂਗਰਸ ਨੇ ਆਲ ਟਾਈਮ ਅਨਆਰਗੇਨਾਈਜ਼ਡ ਕੰਪੇਨ ਹੈ ਜਿਹੜੀ ਉਹ ਕੀਤੀ ਹੈ। ਜੀ ਹੁਣ ਆਪਾਂ ਚੱਲਦੇ ਹਾਂ ਰਿਜ਼ਲਟ ਵਾਲੇ ਪਾਸੇ। 2017 ਚ ਇਹੀ ਸੀ ਆਵਾਜ਼ ਵੀ ਆਪ ਕਾ ਸ਼ੋਰ ਹੈ, ਪਰ ਐਕਚੁਅਲੀ ਜਦੋਂ ਉਹ ਰਿਜ਼ਲਟ ਆਏ ਤੇ ਉਹ ਕਾਂਗਰਸ ਕਾ ਜਿਹੜਾ ਜ਼ੋਰ ਸੀ ਉਹਨਾਂ ਦਾ ਸ਼ੋਰ ਰਹਿ ਗਿਆ, ਇਹਨਾਂ ਦਾ ਜ਼ੋਰ ਬਣ ਗਿਆ। ਹੁਣ 2022 ਚ ਵੀ ਕੁਝ ਐਸਾ ਹੀ ਲੱਗਦਾ ਹੈ ਕਿ ਆਪ ਦਾ ਹਾਲੇ ਤੱਕ ਤਾਂ ਬੜਾ ਸ਼ੋਰ ਹੈ, ਪਰ ਐਟ ਦਾ ਸੇਮ ਟਾਈਮ ਕਾਂਗਰਸ ਐਤਕਾਂ ਬਹੁਤ ਕਮਜ਼ੋਰ ਹੈ। ਸੋ ਰਿਜ਼ਲਟ ਜਿਹੜੇ ਹੈ ਆਪ ਦੀ ਫੇਵਰ ਚ ਨਿਕਲ ਸਕਦੇ। ਪਰ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਵੀ ਕੁਝ ਦੱਸੀਆਂ ਔਰ ਮੈਂ ਵੀ ਓਬਜ਼ਰਵ ਕੀਤੀਆਂ ਕਿ 2017 ਚ ਵੀ ਅਖੀਰਲੇ 2-4 ਦਿਨਾਂ ਚ ਆਪ ਦੇ ਅਗੇਂਸਟ ਪ੍ਰਾਪੇਗੰਡਾ, ਖਾਲਿਸਤਾਨੀ, ਦੂਜਾ ਟੈਰਰਿਸਟ, ਉਹ ਇਹਨਾਂ ਨੂੰ ਕਾਫੀ ਨੁਕਸਾਨ ਕਰ ਗਿਆ। ਔਰ ਫਿਰ ਉਹ ਕਾਂਗਰਸ ਤੇ ਅਕਾਲੀਆਂ ਦੀ ਕੋਈ ਮਿਲੀ ਭੁਗਤ ਵੀ ਉੱਥੋਂ ਦੇ ਲੋਕ ਸੋਚਦੇ ਸੀ। ਸੋ ਇਸ ਵਾਰੀ ਵੀ ਕੁਝ ਕੇ ਵਿਸ਼ਵਾਸ ਨੇ, ਗੁਲ ਪਨਾਗ ਨੇ ਔਰ ਹੋਰ ਇਹੋ ਜਿਹੀਆਂ ਗੱਲਾਂ ਨੇ ਉਹੋ ਜਿਹਾ ਸਿਨੈਰੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਰ ਜਿਹੜੇ ਪੋਲੀਟੀਕਲ ਪੰਡਤ ਹੈ ਉਹ ਸੋਚਦੇ ਆ ਵੀ ਸ਼ਾਇਦ ਇਸ ਵਾਰੀ ਨਾ ਪਲੇ ਕਰੇ। ਪਰ ਕਾਂਗਰਸ ਇਸ ਵਾਰੀ ਆਪ ਨੇ ਜਿਹੜਾ ਉਹਨਾਂ ਨੂੰ ਇਹ ਕੀਤਾ ਹੈ ਰਿਬਟਲ, ਕੇਜਰੀਵਾਲ ਨੇ ਕਿਹਾ ਵੀ ਮੈਨੂੰ ਟੈਸਟ ਤਾਂ ਕਰਕੇ ਵੇਖੋ, ਮੈਂ ਬਿਲਕੁਲ ਨਵਾਂ ਤੁਹਾਨੂੰ ਮੈਂ ਐਮਪਲੋਇਮੈਂਟ ਦੇਵਾਂਗਾ, ਤੁਹਾਡੇ ਸਕੂਲ ਸਿਸਟਮ ਹੈਲਥ ਜਿਹੜਾ ਉਹ ਮੈਂ ਠੀਕ ਕਰੂੰਗਾ, ਜਿਹੜਾ ਕਿ ਹੋ ਸਕਦਾ ਹੈ ਕਿ ਵੋਟਰਸ ਕੈਨ ਬਾਈ। ਪਰ ਐਟ ਦਾ ਸੇਮ ਟਾਈਮ ਅਗਰ ਉਹ ਫਿਰ ਫੇਲ ਹੁੰਦਾ ਹੈ ਤੇ ਦੇਖਣਾ ਇਹ ਵੀ ਪਏਗਾ ਕਿ ਅਕਾਲੀ ਕੱਲੇ ਮੈਜੋਰਟੀ ਲੈ ਸਕਦੇ हैं क्योंकि कांग्रेस का कोई चांस नहीं। और क्या अकाली और बीजेपी अलायंस जिहड़ी के कागजां च टुट चुकी है, पर देखो अगर फिर बन जाए बिकॉज एवरीथिंग इज पॉसिबल इन पॉलिटिकल गेम। पर क्या वो 59 सीटां बना सकणगे? अगर उन्हां दियां 59 नहीं बनदियां दोवां दी रला के, फिर ये देखना पड़ेगा क्या आप ते कांग्रेस अलायंस कर सकते हैं, क्योंकि अगे एक बार दिल्ली च इन्हां दा एक्सपीरियंस ठीक नहीं सी रहा। पर हुण जिवें ये नजर आ रहा है, काफी लोग कह रहे हैं कि हंग असैंबली होएगी। अगर हंग असैंबली होएगी तो मेरा पर्सनल ओपीनियन जहाँ जो मैं इन्ने दिन वाच किया कि मैनूं लगता है कि आप वाले 45 to 47 सीट्स ले सकते हैं। और एक जिहड़ा कि मैं पिछे देख रहा मैनूं ये लगता है भी अकाली नंबर 2 ते होणगे। आई डोंट नो, कुछ दिन पहले ओपीनियन नहीं सीगा, हुण मैनूं अपने आप ही लग रहा वो नंबर 2 ते आउणगे, क्योंकि कांग्रेसी जिवें बिहेव कर रहे हैं ईवन वोटां पैण तो बाद भी, ਇਹਦਾ ਮਤਲਬ ਇਹਨਾਂ 'ਚ ਫਰੈਕਚਰਾਈਜੇਸ਼ਨ ਬਹੁਤ ਜ਼ਿਆਦਾ ਹੈ। ਔਰ ਬੀਜੇਪੀ ਤੇ ਜਿਹੜੀ ਅਲਾਇੰਸ ਹੈ ਉਹ 10+ ਸੀਟਾਂ ਅਗਰ ਲੈ ਜਾਵੇ ਜਾਂ ਉਹ 20 ਤੱਕ ਚਲੇ ਜਾਣ ਤਾਂ ਅਕਾਲੀਆਂ ਤੇ ਉਹਨਾਂ ਦੀ ਅਲਾਇੰਸ ਜਿਹੜੀ ਹੈ ਉਹ ਪੋਸੀਬਲ ਹੈ। ਅਦਰਵਾਈਜ਼ ਕਾਂਗਰਸ ਸ਼ੁੱਡ ਡੂ ਆਲ ਐਫਰਟ ਟੂ ਗਿਵ ਸਪੋਰਟ ਟੂ ਆਪਣੀ ਆਪ। ਸੋ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਡਾਕਟਰ ਸਾਹਿਬ, ਆਈ ਮੀਨ ਇਹ ਤਾਂ ਤੁਹਾਡੀ ਕਾਫੀ ਮੈਂ ਕਹਾਂਗੀ ਆਈਡੀਅਲਿਸਟਿਕ ਇੱਕ ਇੱਥੇ ਸੋਚ ਹੈਗੀ, ਕਾਂਗਰਸ ਆਪ ਨੂੰ ਸਪੋਰਟ ਦੇਵੇ ਕਿਸੇ ਵੀ ਹੰਗ ਅਸੈਂਬਲੀ ਸਿਨੈਰੀਓ ਦੇ ਵਿੱਚ। ਬਟ ਇੱਕ ਫੈਕਸ਼ਨ ਦੀ ਤੁਸੀਂ ਗੱਲ ਨਹੀਂ ਮੈਂਸ਼ਨ ਕੀਤੀ, ਮੈਂ ਜ਼ਰੂਰ ਪੁੱਛਣਾ ਚਾਹਾਂਗੀ, ਬਿਕਾਜ਼ ਭਾਵੇਂ ਉਹ ਛੋਟੇ ਹੋਣ ਭਾਵੇਂ ਉਹ ਨਵੇਂ ਹੋਣ, ਕਿ ਉਹਨਾਂ ਦੀ ਕੋਈ ਪ੍ਰੈਜ਼ੈਂਸ ਵੇਖਣ ਨੂੰ ਮਿਲ ਗਈ। ਆਮ ਟਾਕਿੰਗ ਅਬਾਊਟ ਕਿਸਾਨਾਂ ਦੀ ਪਾਰਟੀ, ਸੰਯੁਕਤ ਸਮਾਜ ਮੋਰਚਾ ਪਾਰਟੀ, ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਪਰਫਾਰਮੈਂਸ ਤੁਹਾਨੂੰ ਲੱਗਦਾ ਹੈ ਅਗਰ ਕੋਈ ਵੇਖਣ ਨੂੰ ਮਿਲੇ? ਮੈਂ ਦੇਖਦਾ, ਦੇਖੋ ਤੁਸੀਂ ਆਪਣੀ ਓਪਨਿੰਗ ਸੈਗਮੈਂਟ 'ਚ ਕਿਹਾ ਸੀ ਬਈ ਜਿਹੜੇ ਲੋਕ ਚੇਂਜ ਸੋਚ ਰਹੇ ਸੀ ਇਸ ਵਾਰੀ, ਜਿਵੇਂ ਫਾਰਮਰ ਸੀਗੇ, ਉਹਨਾਂ ਦੀ ਬੜੀ ਪਾਵਰ ਸੀਗੀ, 1.5 ਸਾਲ ਉਹ ਜੁੜੇ ਰਹੇ। ਉਹ ਮੈਨੂੰ ਲੱਗਦਾ ਹੈ ਜਿਨ੍ਹਾਂ ਨੇ ਚੇਂਜ ਲਿਆਉਣੀ ਸੀ ਉਹ ਚੇਂਜ ਨੂੰ ਅਟਕਾਉਣ ਦੇ ਵਿੱਚ ਸਭ ਤੋਂ ਵੱਡਾ ਰੋੜਾ ਬਣਨਗੇ। ਕਿਉਂ ਉੱਥੋਂ ਮੇਰਾ ਕਹਿਣ ਦਾ ਇਹ ਭਾਵ ਹੈ, ਇੱਕ ਤਾਂ ਉਹਨਾਂ ਨੇ ਬੜਾ ਲੇਟ ਡਿਸੀਜਨ ਕੀਤਾ ਹੈ, ਔਰ ਫਿਰ ਇਹ ਬੜਾ ਇੱਕ ਇੰਟਰੀਗਿੰਗ ਜਿਹਾ ਡਿਸੀਜਨ ਹੈ ਕਿ ਉਹ ਆਪਸ 'ਚ ਵੀ ਉਹਨਾਂ ਦੇ 2 ਗਰੁੱਪ ਹੋ ਗਏ। ਜਿਹੜਾ ਮੇਜਰ ਗਰੁੱਪ ਹੈ ਮਾਲਵੇ 'ਚ, ਉਹ ਗਰਾਹਾਂ ਗਰੁੱਪ, ਉਹ ਉਹਨਾਂ ਦੀ ਇਲੈਕਸ਼ਨ ਵਾਲਿਆਂ ਨੂੰ ਸਪੋਰਟ ਨਹੀਂ ਕਰਦਾ। ਉਹਨਾਂ ਨੂੰ ਕੀ ਇੰਨੀ ਵੱਡੀ ਲੋੜ ਸੀ ਵੀ ਉਹ ਪੇਂਡੂ ਇਲਾਕਿਆਂ ਦੇ ਵਿੱਚ ਉਹ ਵੋਟਾਂ ਨੂੰ ਅਫੈਕਟ ਕਰਦੇ ਨੇ, ਔਰ ਮੈਨੂੰ ਇਹ ਲੱਗਦਾ ਕਿ ਉਹ ਆਪ ਨੂੰ ਹਰਟ ਕਰੇਗਾ। ਆਈ ਹੋਪ ਜਿਹੜਾ ਉੱਥੋਂ ਦਾ ਵੋਟਰ ਹੈ ਉਹ ਐਤਕਾਂ ਕੋਈ ਸਮਝਦਾਰ ਹੋ ਜਾਵੇ
ਔਰ ਅਗਰ ਉਹ ਚੇਂਜ ਚਾਹੁੰਦੇ ਹੈ, ਥਰਡ ਪਾਰਟੀ ਨੂੰ ਚੇਂਜ ਦੇਣੀ ਹੈ, ਤਾਂ ਫਿਰ ਥਰਡ ਪਾਰਟੀ ਤਾਂ ਆਪ ਹੀ ਹੈ, ਹੋਰ ਤਾਂ ਕੋਈ ਹੈ ਨਹੀਂ। ਜੀ ਥੈਂਕ ਯੂ ਸੋ ਮਚ ਫॉर ਦਿਸ ਐਨਾਲਿਸਿਸ ਡਾਕਟਰ ਬਾਜਵਾ। ਐਜ਼ ਆਲਵੇਜ਼ ਸ਼ਿਕਾਗੋ ਤੋਂ ਤੁਸੀਂ ਕਾਫੀ ਬ੍ਰੇਕਡਾਊਨ ਸਾਨੂੰ ਸ਼ੁਰੂਆਤ 'ਚ ਹੀ ਕਰਤਾ ਇਨ ਸਾਰੇ ਟੌਪਿਕਸ ਦਾ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ, ਸਤਿ ਸ੍ਰੀ ਅਕਾਲ ਅਸ਼ਮਿਤਾ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਜੀਤ ਸਿੰਘ ਜੀ ਫਰੈਜ਼ਨੋ ਤੋਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਹਾਂਜੀ ਅਜੀਤ ਜੀ, ਅਜੀਤ ਸਿੰਘ ਜੀ, ਤੁਸੀਂ ਕੀ ਇਨ ਇਲੈਕਸ਼ਨਾਂ ਬਾਰੇ ਕੀ ਤੁਹਾਡੇ ਵਿਚਾਰ ਹਨ? ਕਿਸ ਤਰ੍ਹਾਂ ਇਹਦਾ ਨਤੀਜਾ ਨਿਕਲੂਗਾ? ਨਤੀਜਾ ਤਾਂ ਬਹੁਤਾ ਮੈਂ ਪ੍ਰੈਡਿਕਸ਼ਨ ਨਹੀਂ ਕਰ ਸਕਦਾ, ਕਿਉਂਕਿ ਇਹ ਬੜਾ ਚੱਕਰ ਜਿਹਾ ਪੈ ਗਿਆ। ਤੇ ਜਿਹੜਾ ਅਸਲੀ ਮੁੱਦਾ ਸੀਗਾ ਵੀ ਜਿਹਨੂੰ ਜਨ ਅੰਦੋਲਨ ਕਹਿੰਦੇ, ਵੀ ਜਨ ਅੰਦੋਲਨ ਬਣਿਆ ਸੀ ਜੀ, ਤੇ ਉਹਨੂੰ ਇਹਦੇ ਸਮਾਰਟ ਪੋਲੀਟੀਸ਼ੀਅਨਾਂ ਨੇ ਉਹਨਾਂ ਨੂੰ ਇੱਕ ਪਾਸੇ ਹੀ ਕਰਤਾ। ਦੇਖੋ, ਮੁੱਦੇ ਤਾਂ ਆਪਣੇ ਸੀਗੇ ਬੇਰੁਜ਼ਗਾਰੀ ਦਾ, ਸਾਰੇ ਹੀ EMPLOYE ਰੋਜ਼ ਹੀ ਜਾ ਕੇ ਡਾਂਗਾ ਖਾਂਦੇ ਸੀਗੇ, ਇੱਕ ਛੋਟੇ ਲੈਵਲ ਤੋਂ ਲੈ ਕੇ ਉੱਚੇ ਲੈਵਲ ਤੱਕ ਸਾਰਾ ਪੰਜਾਬ ਨੂੰ ਇਹਨਾਂ ਕਰਜ਼ਾਈ ਕਰਤਾ ਜਿਹਦਾ ਅੰਤ ਕੋਈ ਨਹੀਂ। ਤੇ ਇਹ ਮੁੱਦੇ ਤਾਂ ਇਹ ਹੋਣੇ ਚਾਹੀਦੇ ਸੀ ਕਿ ਅਸੀਂ ਸਾਰੇ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਵੇਂ ਖੁਸ਼ਹਾਲੀ ਰਹੀਏ ਤੇ ਸੜਕ ਨੂੰ ਕਿਵੇਂ ਜਾ ਬੜੇ। ਤਾਂ ਉਹਨਾਂ ਮੁੱਦਿਆਂ ਨੂੰ ਉਹ ਛੱਡ ਕੇ ਇਹ ਇੰਨੇ ਸਮਾਰਟ ਆ ਤੇ ਆਪਸ ਦੇ ਵਿੱਚ ਲੜਾਈ ਦੇ ਵਿੱਚ ਨਵੇਂ ਮੁੱਦੇ ਬਣਾ ਕੇ ਲੋਕਾਂ ਨੂੰ ਇਸ ਤਰ੍ਹਾਂ ਇਹਨਾਂ ਨੇ ਭੰਬਲ ਭੂਸੇ ਦੇ ਵਿੱਚ ਪਾਇਆ ਕਿ ਇਹ ਸਾਰਾ ਕੁਝ ਹੀ ਉਹ ਖਰਾਬ ਹੋ ਗਿਆ। ਤੇ ਮੇਰੀ ਤਾਂ ਇਹ ਉਮੀਦ ਸੀਗੀ ਕਿ ਜਿਹੜੇ ਆਪਣੇ ਕਿਸਾਨ ਅੰਦੋਲਨ ਸੀਗਾ ਉਹਨਾਂ ਨੂੰ ਕਿਸੇ ਪਾਰਟੀ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਸੀ। ਇੱਕ ਪ੍ਰੈਸ਼ਰ ਪਾਰਟੀ ਬਣ ਕੇ ਹੀ ਉਹ ਜਿਹੜੇ ਚੰਗੇ ਲੱਗਦੇ ਸੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ, ਤਾਂ ਕਿ ਉਹ ਆਪਣੇ ਟੀਚੇ ਤੇ ਪਹੁੰਚ ਸਕਦੇ ਤੇ ਉਹ ਉਹਨਾਂ ਤੋਂ ਵੀ ਇਲੈਕਸ਼ਨਾਂ ਦੇ ਵਿੱਚ ਜਿੱਤ ਸਕਦੇ। ਤੇ ਹੁਣ ਤਾਂ ਇਸ ਵੇਲੇ ਤਾਂ ਪ੍ਰੋਟੈਕਸ਼ਨ ਮੁੱਦਿਆਂ ਤੋਂ ਸਾਰੇ ਬੰਦੇ ਭੱਜ ਗਏ। ਮੁੱਦਿਆਂ ਦੀ ਤਾਂ ਲੜਾਈ ਨਹੀਂ ਹੋਈ, ਮੁੱਦਿਆਂ ਤੇ ਤਾਂ ਚੋਣ ਹੀ ਨਹੀਂ ਹੋਈ। ਤੇ ਸਾਰੇ ਜਿਹੜੇ ਜੋ ਵੀ ਦੂਜੀਆਂ ਪਾਰਟੀਆਂ ਨੇ ਲਾਰੇ ਲਾਏ ਆ ਜਾਂ ਕਿਹਾ ਜਾਂ ਜੋ ਵੀ ਕੁਛ, ਉਹ ਸਾਰਾ ਕੁਝ ਹੀ ਝੂਠ ਆ, ਉਹ ਕੋਈ ਨਹੀਂ। ਇਹ ਤੇ ਮੈਨੂੰ ਤਾਂ ਬੜੇ ਅਫਸੋਸ ਵਾਲੀ ਗੱਲ ਆ ਕਿ 1 ਸਾਲ ਲੋਕ ਉੱਥੇ ਬਾਰਡਰਾਂ ਤੇ ਬੈਠੇ ਰਹੇ, ਸਾਰੇ ਅੰਦਰੋਂ ਇੰਡੀਆ ਤੋਂ ਵੀ ਤੇ ਬਾਹਰਲੇ ਵੀ ਸਾਰੇ ਜੁੜ ਕੇ ਉਹਨਾਂ ਦੀ ਹਮਾਇਤ ਕਰਦੇ ਰਹੇ ਤੇ ਉਹ ਸਾਰੀ ਇੱਕ ਤਰ੍ਹਾਂ ਦੀ ਉਹਦੇ 'ਚ ਅਸੀਂ ਬੁਰੀ ਤਰ੍ਹਾਂ ਫੇਲ ਹਾਂ। ਤੇ ਸਾਨੂੰ ਪ੍ਰੈਸ਼ਰ ਗਰੁੱਪ ਬਣਾ ਕੇ ਹੀ ਆਪਦੇ ਮੁੱਦਿਆਂ ਤੇ ਚੰਗੇ ਲੋਕਾਂ ਨੂੰ ਲਿਆਉਣਾ ਚਾਹੀਦਾ ਸੀਗਾ। ਤੇ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ। ਤੇ ਬਟ ਅਜੀਤ ਸਿੰਘ ਜੀ ਤੁਸੀਂ ਇੱਕ ਕਿਸਮ ਦਾ ਇੱਥੇ ਇੱਕ ਫਰਸਟ੍ਰੇਸ਼ਨ ਜਤਾ ਰਹੇ ਹੋ। ਆਈ ਥਿੰਕ ਇਹ ਫਰਸਟ੍ਰੇਸ਼ਨ ਸਾਰਿਆਂ ਨੂੰ ਪਿਛਲੇ ਕੁਝ ਹਫ਼ਤਿਆਂ 'ਚ ਮਹਿਸੂਸ ਹੋਈ ਹੈ। ਤੁਸੀਂ ਪ੍ਰੈਸ਼ਰ ਗਰੁੱਪ ਦੀ ਗੱਲ ਮੈਂਸ਼ਨ ਕੀਤੀ, ਜੋ ਕਿਸਾਨ ਮੋਰਚਾ ਸੀਗਾ, ਕਿਸਾਨ ਆਗੂ ਸੀ, ਕਿਸਾਨ ਮੂਵਮੈਂਟ ਸੀਗੀ, ਉਸ ਤੋਂ ਵੱਡਾ ਕੀ ਪ੍ਰੈਸ਼ਰ ਗਰੁੱਪ ਬਣ ਸਕਦਾ ਸੀ ਅਗਰ ਉਸ ਓਪਰਚੁਨਿਟੀ ਨੂੰ ਵੀ ਨਹੀਂ ਚੰਗੀ ਤਰ੍ਹਾਂ ਇੱਕ ਪੋਲੀਟੀਕਲ ਵੇਵ ਦੇ ਵਿੱਚ ਬਦਲਿਆ ਗਿਆ? ਤੇ ਕੀ ਆਸ ਅਸੀਂ ਰੱਖ ਸਕਦੇ ਹਾਂ ਕਿਸੇ ਵੀ ਹੋਰ ਪ੍ਰੈਸ਼ਰ ਗਰੁੱਪ ਦੀ? ਇੰਨਾ ਤਾਂ ਵੱਡਾ ਕੋਈ ਪ੍ਰੈਸ਼ਰ ਗਰੁੱਪ ਨਹੀਂ ਬਣ ਸਕਦਾ ਨਾ ਜੋ ਪੂਰੀ ਦੁਨੀਆ ਦੇ ਵਿੱਚ ਰੈਕਗਨੀਸ਼ਨ ਲੈ ਕੇ ਜਾਵੇ, 1.5 ਸਾਲ ਤੋਂ ਇੱਕ ਜਗ੍ਹਾ ਤੇ ਪੂਰੀ ਸਰਕਾਰ ਨੂੰ ਹਿਲਾ ਦੇਵੇ। ਇਹ ਤੋਂ ਵੱਡਾ ਤਾਂ ਕੋਈ ਪ੍ਰੈਸ਼ਰ ਗਰੁੱਪ ਬਣ ਨਹੀਂ ਸਕਦਾ। ਤਦ ਵੀ ਇਹੀ ਨਤੀਜਾ ਹੋਇਆ। ਸੋ ਆਈ ਮੀਨ ਆਈ ਡੋਂਟ ਅੰਡਰਸਟੈਂਡ ਕਿ ਇਸ ਤੋਂ ਵੱਡਾ ਕੀ ਪ੍ਰੈਸ਼ਰ ਗਰੁੱਪ ਅਸੀਂ ਐਕਸਪੈਕਟ ਕਰ ਸਕਦੇ ਹਾਂ। ਗੱਲ ਇਹ ਹੈ ਜੀ, ਹਰ ਇੱਕ ਬੰਦਾ ਨਾ, ਜਿਹੜਾ ਡਾਕਟਰ ਉਹ ਡਾਕਟਰੀ ਦਾ ਕੰਮ ਕਰ ਸਕਦਾ, ਜਿਹੜਾ ਇੰਜੀਨੀਅਰਿੰਗ ਦਾ ਕੰਮ ਕਰ ਸਕਦਾ। ਤੇ ਜਿਹੜੇ ਪ੍ਰੈਸ਼ਰ ਗਰੁੱਪ ਸੀਗੇ ਇਹਨਾਂ ਨੂੰ ਉਹ ਐਕਸਪੀਰੀਅੰਸ ਨਹੀਂ ਸੀਗਾ। ਜੋ ਪੋਲੀਟੀਸ਼ੀਅਨ ਇਹਨੇ ਝੂਠੇ ਹੁੰਦੇ ਤੇ ਮਕਾਰ ਹੁੰਦੇ ਆ, ਇਹ ਸੱਚੇ ਸੁੱਚੇ ਬੰਦੇ ਸੀਗੇ। ਇਹਨਾਂ ਨੂੰ ਉਹ ਖੇਡ ਖੇਡਣੀ ਨਹੀਂ ਆਈ ਉਹਨਾਂ ਵਾਲੀ। ਤੇ ਸਾਰੇ ਜਿਵੇਂ ਅੱਗੇ ਬਾਜਵਾ ਸਾਹਿਬ ਕਹਿ ਸਕੇ ਆ, ਤੇ ਇਹਨਾਂ ਨੂੰ ਮੌਕਾ ਨਹੀਂ ਮਿਲਿਆ, ਇਹਨਾਂ ਦੀ ਸਹੀ ਪਲੈਨਿੰਗ ਨਹੀਂ ਸੀ। ਇਹ ਸਾਰੇ ਅੱਡੋ ਅੱਡੀ ਨਿਖੜ ਗਏ। ਪ੍ਰੈਸ਼ਰ ਗਰੁੱਪ ਤਾਂ ਬਣਿਆ ਸੀ ਤੇ ਉਹਦੇ ਵਿੱਚ ਸੁਣਦੇ ਆਏ ਕਿ ਉਹਦੇ 'ਚ ਲੋਕ ਆਪੋ ਆਪਣੀਆਂ ਪਾਰਟੀਆਂ ਤੋਂ ਉੱਚਾ ਉੱਠ ਕੇ ਤੇ ਉਹਨਾਂ ਨੇ ਇਹ ਜਨ ਅੰਦੋਲਨ ਬਣਾਇਆ ਸੀਗਾ। ਤੇ ਇਸ ਜਨ ਅੰਦੋਲਨ ਦੇ ਵਿੱਚ ਹੀ ਰਹਿੰਦੇ ਤੇ ਫਿਰ ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਸਪੋਰਟ, ਜਿਨ੍ਹਾਂ ਨੇ ਜਿਹੜੀਆਂ ਪਾਰਟੀਆਂ ਨੂੰ ਬਾਈਕਾਟ ਕਰਨਾ ਚਾਹੁੰਦੇ ਸੀ ਉਹ ਕਰਕੇ ਤੇ ਉਹ ਆਪਦੀ ਇੱਕ ਪਾਰਟੀ ਨੂੰ ਲਿਆਉਂਦੇ, ਫਿਰ ਉਹ ਵਹਿੰਦੇ। ਉਹਨਾਂ ਨੂੰ ਪੋਲੀਟੀਸ਼ੀਅਨ ਕਰਨੀ ਨਹੀਂ ਆਈ। ਇਹ ਪੋਲੀਟੀਸ਼ੀਅਨ ਨਹੀਂ ਸੀਗੇ, ਉਹ ਪੋਲੀਟੀਸ਼ੀਅਨ ਹੋਈ ਨਹੀਂ ਉਹਨਾਂ ਤੋਂ। ਉਹ ਇੱਕ ਜਨ ਅੰਦੋਲਨ। ਦੇਖੋ ਹੁਣ ਇਹ ਜੇ ਆਪਾਂ ਕਹੀਏ ਤਾਂ ਕਿਹੜੇ ਮੁਲਾਜ਼ਮ ਨਹੀਂਗੇ ਜਿਹੜੇ ਰੋਜ਼ ਉਹਨਾਂ ਤੇ ਵਿਛਾੜਾਂ ਪਾਣੀਆਂ ਨਹੀਂ ਹੁੰਦੀਆਂ ਸੀ ਤੇ ਉਹ ਡਾਂਗਾ ਨਹੀਂ ਖਾਂਦੇ ਸੀ ਤੇ ਧਰਨੇ ਨਹੀਂ ਲੱਗਦੇ ਸੀ। ਸਾਰਾ ਸਾਲ ਤਾਂ ਧਰਨੇ ਲੱਗੇ ਰਹਿੰਦੇ ਆ। ਤੇ ਜਦੋਂ ਟਾਈਮ ਆਉਂਦਾ ਉਹਨਾਂ ਧਰਨਿਆਂ ਦਾ
ਵੀ ਤੂੰ ਉਹਨਾਂ ਧਰਨਿਆਂ ਦੇ ਬਾਬਤ ਵੀ ਡਿਸੀਜਨ ਲੈਣਾ ਤੇ ਵੋਟਾਂ ਪਾਉਣੀਆਂ। ਦੂਜਾ ਮੈਨੂੰ ਇਹ ਵੀ ਦੁੱਖ ਹੋਇਆ ਤੇ ਫਿਰ ਜਿਹੜੇ 30% ਲੋਕਾਂ ਨੇ ਜਿਹੜੀਆਂ ਵੋਟਾਂ ਨਹੀਂ ਪਾਈਆਂ, ਕੀ ਉਹਨਾਂ ਤੇ ਕੋਈ ਗੱਲ ਤੇ ਜੂ ਨਹੀਂ ਸਰਕਦੀ ਕਿ ਉਹਨਾਂ ਨੂੰ ਇਹ ਪੰਜਾਬ ਜਾਂ ਇੰਡੀਆ ਬਹੁਤ ਚੰਗਾ ਲੱਗਦਾ ਜਾਂ ਉਹ ਬੜੇ ਖੁਸ਼ ਆ। ਮੈਂ ਤਾਂ ਇਹਦੇ ਤੇ ਵੀ ਬੜਾ ਹੈਰਾਨ ਆ ਜਦੋਂ ਸਾਰਾ ਇੰਨਾ ਇੰਡੀਆ ਦੁਖੀ ਆ ਜਾਂ ਪੰਜਾਬ ਦੁਖੀ ਆ ਤੇ ਉਹਨਾਂ ਨੂੰ ਵੀ ਹਿੱਸਾ ਵਿੱਚ ਲੈਣਾ ਚਾਹੀਦਾ ਹੈ ਤੇ ਇੱਕ ਜਨ ਅੰਦੋਲਨ ਨਾਲ ਇਹ ਕਾਮਯਾਬੀ ਹੋਣੀ ਆ। ਹਾਂਜੀ ਬਿਲਕੁਲ, ਥੈਂਕ ਯੂ ਸੋ ਮਚ ਅਜੀਤ ਸਿੰਘ ਜੀ। ਤੁਸੀਂ ਜਾਂਦਿਆਂ ਨੇ ਇੱਕ ਬਹੁਤ ਵੱਡਾ ਕੁਐਸਚਨ ਇੱਥੇ ਚੱਕਿਆ ਹੈ ਕਿ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਕੀ ਬਹੁਤ ਜ਼ਿਆਦਾ ਹੀ ਖੁਸ਼ ਆ? ਉਹਨਾਂ ਲਈ ਹਾਲਾਤ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇੰਨੇ ਹੀ ਸੁਖੀ ਹੈ ਕਿ ਉਹਨਾਂ ਨੂੰ ਕੁਝ ਵੀ ਬਦਲਾਵ ਨਹੀਂ ਚਾਹੀਦਾ। ਉਹਨਾਂ ਨੂੰ ਵੋਟ ਆਪਣੀ ਇੱਕ ਹੱਕ ਨੂੰ ਵੀ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਹੈਗੀ। ਉਹ ਆਰਾਮ ਨਾਲ ਬੈਠੇ ਹੋਏ ਸਹਿਮਤੀ ਰੱਖ ਕੇ ਕਿ ਜਿੱਦਾਂ ਚੀਜ਼ਾਂ ਹੈਗੀਆਂ ਸਾਡੇ ਲਈ ਤਾਂ ਉਹ ਹੀ ਚੰਗੀਆਂ। ਕੀ ਕਾਰਨ ਸੀਗਾ ਕਿ 30 ਤੋਂ ਵੱਧ % ਲੋਕਾਂ ਨੇ ਵੋਟ ਨਹੀਂ ਪਾਈ? ਕੀ ਇਹ ਲੋਕੀ ਇਸ ਕਰਕੇ ਵੋਟ ਨਹੀਂ ਪਾ ਸਕੇ ਕਿਉਂਕਿ ਉਹ ਖੁਸ਼ ਸੀਗੀ, ਜਾਂ ਇਸ ਕਰਕੇ ਉਹਨਾਂ ਨੇ ਵੋਟ ਨਹੀਂ ਪਾਈ ਕਿਉਂਕਿ ਉਹ ਇਸ ਸਿਸਟਮ ਦੇ ਵਿੱਚ ਕੋਈ ਭਰੋਸਾ ਨਹੀਂ ਰੱਖਦੇ, ਕੋਈ ਵੈਲਿਊ ਨਹੀਂ ਰੱਖਦੇ, ਕੋਈ ਫੇਥ ਨਹੀਂ ਰੱਖਦੇ ਕਿ ਵੋਟ ਪਾਉਣ ਦੇ ਨਾਲ ਕੁਝ ਵੀ ਬਦਲਾਵ ਸਾਡੀ ਜ਼ਿੰਦਗੀ ਦੇ ਵਿੱਚ ਆਊਗਾ। ਇਸ ਬਦਲਾਵ ਦੀ ਗੱਲ ਹੋ ਰਹੀ ਹੈ, ਇਲੈਕਸ਼ਨਸ ਦੀ ਗੱਲ ਹੋ ਰਹੀ ਹੈ। ਤੁਹਾਡੇ ਵਿਚਾਰ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਸੁਣ ਰਹੇ ਹਾਂ, ਲਾਈਵ ਤੁਹਾਡੇ ਨਾਲ ਜੁੜੇ ਹਾਂ। ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਕਨਵਰਸੇਸ਼ਨ ਬਿਲਕੁਲ ਇਸੇ ਤਰ੍ਹਾਂ ਲਾਈਵ ਤੁਹਾਡੇ ਨਾਲ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ। ਤੁਸੀਂ ਵੇਖ ਰਹੇ ਹੋ ਲਾਈਵ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਉਨ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਨਾਲ ਨਾ ਕਿ ਸਿਰਫ ਪੰਜਾਬ ਦਾ ਫਿਊਚਰ, ਕਿਤੇ ਨਾ ਕਿਤੇ ਸਿੱਖ ਕੌਮ ਦਾ ਫਿਊਚਰ, ਜੋ ਸਾਰੇ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਫਿਊਚਰ ਜੁੜਿਆ ਹੋਇਆ। ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਸਾਡੇ ਬੱਚੇ ਪੰਜਾਬ ਦੇ ਨਾਲ ਨਹੀਂ ਜੁੜੇ ਹੋਏ, ਸਾਡੀ ਜੜ੍ਹਾਂ ਨਾਲ ਨਹੀਂ ਜੁੜੇ ਹੋਏ, ਅਸੀਂ ਉਹਨਾਂ ਨੂੰ ਪੰਜਾਬ ਲੈ ਕੇ ਜਾਂਦੇ ਹਾਂ। ਬਟ ਜਦੋਂ ਅਸੀਂ ਉਹਨਾਂ ਨੂੰ ਪੰਜਾਬ ਲੈ ਕੇ ਜਾਂਦੇ ਹਾਂ, ਉੱਥੇ ਪਹੁੰਚ ਕੇ ਬੱਚਿਆਂ ਨੇ ਫੋਨ 'ਤੇ ਸਾਰਾ ਟਾਈਮ ਆਪਣਾ ਸਪੈਂਡ ਕਰਨਾ ਹੈ ਜਾਂ ਉਹਨਾਂ ਨੇ ਸੋਚਣਾ ਹੈ ਕਿ ਇੱਥੇ ਸਾਡੀ ਸੇਫਟੀ ਨਹੀਂ ਹੈਗੀ, ਇੱਥੇ ਸੜਕਾਂ ਦਾ ਕੀ ਹਾਲ ਹੈ, ਇੱਥੇ ਕੁਝ ਕਰਨ ਜੋਗਾ ਨਹੀਂ ਹੈਗਾ, ਇੱਥੇ ਅਸੀਂ ਕੋਈ ਐਂਟਰਟੇਨਮੈਂਟ ਨਹੀਂ ਵੇਖ ਸਕਦੇ, ਇੱਥੇ ਸਾਡੇ ਲਈ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹਦੇ ਕਰਕੇ ਅਸੀਂ ਇੱਥੇ ਆਉਂਦੇ ਹਾਂ। ਸਿਰਫ ਸਾਡੇ ਪੁਰਾਣੇ ਪਰਿਵਾਰ, ਸਾਡੇ ਗੁਰਦੁਆਰੇ, ਸਾਡਾ ਸ਼ਾਇਦ ਇਤਿਹਾਸ ਹੈ। ਬਟ ਬੱਚਿਆਂ ਨੂੰ ਜਦੋਂ ਤੱਕ ਉਹ ਖਿੱਚ ਨਹੀਂ ਪੰਜਾਬ 'ਚ ਮਿਲੂਗੀ ਉਹ ਕਿਉਂ ਜਾਣਗੇ? ਐਂਡ ਖਿੱਚਣ ਲਈ ਪੰਜਾਬ ਦੇ ਵਿੱਚ ਬਦਲਾਵ ਦੀ ਜ਼ਰੂਰਤ ਹੈਗੀ ਹੈ। ਉਸ ਬਦਲਾਵ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇਲੈਕਸ਼ਨਾਂ 'ਤੇ ਕੀ ਕੁਛ ਸੀਗਾ, ਤੁਸੀਂ ਕਹਿ ਲਓ ਡਿਪੈਂਡੈਂਟ, ਕੀ ਬੋਝ ਸੀਗਾ ਇਨ ਇਲੈਕਸ਼ਨਾਂ 'ਤੇ, ਉਨ ਕੈਂਡੀਡੇਟਸ 'ਤੇ, ਉਨ ਪਾਰਟੀਜ਼ 'ਤੇ। ਬਟ ਮੈਂ ਕਹਾਂਗੀ ਸਭ ਤੋਂ ਜ਼ਿਆਦਾ ਬੋਝ ਉਨ ਵੋਟਰਸ 'ਤੇ ਸੀਗਾ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦਾ ਫਿਊਚਰ ਬਣਾਉਣ ਦੇ ਲਈ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੇ ਵਿੱਚ ਇਹੋ ਜਿਹੇ ਲੀਡਰਸ ਲਾਉਣ ਦੇ ਲਈ ਜੋ ਇਹ ਫਿਊਚਰ ਬਣਾਉਣਗੇ। ਅਸੀਂ ਪਹਿਲੇ ਵੀ ਤੁਹਾਨੂੰ ਦੱਸਿਆ ਹੈ ਕਿ ਲੀਡਰਸ ਇਹੋ ਜਿਹੇ ਚੁਣੇ ਗਏ ਜਿਨ੍ਹਾਂ ਦੇ ਆਪ ਦੇ ਕ੍ਰਿਮੀਨਲ ਰੈਕਰਡਸ ਖੁਦ ਉਹਨਾਂ ਨੇ ਐਡਮਿਟ ਕੀਤੇ ਹੋਏ, ਉਹਨਾਂ ਦੇ ਕ੍ਰਿਮੀਨਲ ਰੈਕਰਡਸ, ਕਈਆਂ ਦੇ ਤਾਂ ਸੀਰੀਅਸ ਕ੍ਰਿਮੀਨਲ ਰੈਕਰਡਸ, ਮਰਡਰਰਸ, ਰੇਪਿਸਟ, ਚੋਰ ਚਕਾਰੇ, ਜਿਨ੍ਹਾਂ ਨੇ ਖੁਦ ਹੀ ਐਡਮਿਟ ਕੀਤਾ ਹੈ। ਇਹੋ ਜਿਹੇ ਤਾਂ ਲੀਡਰਸ ਚੁਣੇ ਗਏ। ਐਂਡ ਵੋਟਰਸ ਵੀ ਜਦੋਂ ਵੋਟ ਕਰਨ ਦਾ ਵੀ ਟਾਈਮ ਆਇਆ 30% ਤਾਂ ਲੋਕੀ ਆਏ ਹੀ ਨਹੀਂ ਵੋਟ ਪਾਉਣ ਲਈ। ਸੋ ਜਦੋਂ ਅਸੀਂ ਪੰਜਾਬ ਦੇ ਫਿਊਚਰ ਦੀ ਗੱਲ ਕਰਦੇ ਹਾਂ, ਸ਼ਾਇਦ ਸਾਨੂੰ ਜੋ ਅਸੀਂ ਬਾਹਰਲੇ ਮੁਲਕਾਂ ਵਿੱਚ ਰਹਿੰਦੇ, ਸ਼ਾਇਦ ਸਾਨੂੰ ਪੰਜਾਬ ਦਾ ਜ਼ਿਆਦਾ ਦਰਦ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਜੋ ਕੁਝ ਹੋ ਰਿਹਾ ਹੈ, ਜੋ ਉੱਥੇ ਰਹਿਣ ਵਾਲੇ ਕਰ ਰਹੇ, ਲੱਗਦਾ ਨਹੀਂ ਕਿ ਉਹਨਾਂ ਨੂੰ ਉਹ ਦਰਦ ਮਹਿਸੂਸ ਹੁੰਦਾ ਜੋ ਸਾਨੂੰ ਸਾਰਿਆਂ ਨੂੰ ਮਹਿਸੂਸ ਹੁੰਦਾ ਹੈ। ਇਸੇ ਦਰਦ ਦੀ ਗੱਲ ਕਰ ਰਹੇ ਹਾਂ, ਇਸੇ ਫਿਊਚਰ ਦੀ ਗੱਲ ਕਰ ਰਹੇ ਹਾਂ ਅਤੇ ਤੁਹਾਡੇ ਤੋਂ ਅੱਜ ਸੁਣਨਾ ਚਾਹੁੰਦੇ ਹਾਂ ਇਲੈਕਸ਼ਨਾਂ ਬਾਰੇ। ਕੀ ਬਣੂਗਾ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ, ਕੀ ਨਤੀਜਾ ਨਿਕਲੂਗਾ ਇਨ ਇਲੈਕਸ਼ਨਸ ਦਾ? ਕਾਲਰ ਸਾਡੇ ਨਾਲ ਜੁੜ ਚੁੱਕੇ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ ਅਸ਼ਮੀਤਾ ਜੀ, 2-3 ਫੈਕਟਰ ਦੱਸਾਂਗਾ ਜੀ। ਜਦੋਂ ਇੱਕ ਵਾਰ ਵਿਸ਼ਵਾਸ ਟੁੱਟ ਜਾਏ ਤਾਂ ਦੁਬਾਰਾ ਬਣਨਾ ਮੁਸ਼ਕਲ ਹੀ ਨਹੀਂ, ਅਸੰਭਵ ਹੋ ਜਾਂਦਾ ਹੈ। ਪਰ ਜੇ ਉਹ ਲੋਕ ਬਦਲਾਵ ਕਰਨ ਲਈ ਤਾਂ ਵੋਟ ਪਾ ਹੀ ਸਕਦੇ ਸਨ, ਸੋ ਉਹਨਾਂ ਨੂੰ ਹੌਸਲਾ ਨਹੀਂ ਸੀ ਛੱਡਣਾ ਚਾਹੀਦਾ, ਉਹਨਾਂ ਦੀ ਗਲਤੀ ਹੈ। ਬਾਕੀ ਸਿੱਧੂ ਸਾਹਿਬ ਦੀ ਭੱਦੀ ਸ਼ਬਦਾਵਲੀ ਨੇ ਉਹਨਾਂ ਦਾ ਬਹੁਤ ਨੁਕਸਾਨ ਕੀਤਾ। ਬਿਲਕੁਲ, ਚਾਹੇ ਕੁਝ ਵੀ ਹੋਵੇ, ਭੱਦੀ ਸ਼ਬਦਾਵਲੀ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਤੀਸਰਾ,
ਉਹਨਾਂ ਨੂੰ ਖਮਿਆਜਾ ਭੁਗਤਣਾ ਪਏਗਾ ਉਹਨਾਂ ਦੀ ਭੱਤੀ ਸ਼ਬਦਾਵਲੀ ਕਰਕੇ। ਚਾਹੇ ਉਹਨਾਂ ਦੇ ਲੱਕ ਚੰਗੇ ਸੀ ਉਹ ਸੀ, ਪਰ ਜਦੋਂ ਲੋਕੀ ਇਹ ਕਹਿੰਦੇ ਆ, ਜਦੋਂ ਉਹਨਾਂ ਤੋਂ ਪੱਤਰਕਾਰ ਜਾ ਕੇ ਪੁੱਛਦੇ, ਉਹ ਕਹਿੰਦੇ 15 ਸਾਲ ਤੱਕ ਇਹਨਾਂ ਨੇ ਸਿੱਧੂ ਸਾਹਿਬ ਆਏ ਨਹੀਂ ਸਾਡੇ, ਅਸੀਂ ਦੇਖੇ ਨਹੀਂ ਕੀ ਕੰਮ ਕੀਤੇ, ਉਹਨੇ ਕੁਝ ਵੀ ਨਹੀਂ ਕੀਤੇ। ਤੇ ਦੂਜੇ ਮਜੀਠੀਆ ਜੀ ਬਾਰੇ ਕਹਿੰਦੇ ਆ ਕਿ ਇਹਨਾਂ ਨੇ ਚਿੱਟਾ ਇਹ ਉਹ ਇਸ ਦਲਦਲ 'ਚ ਫਸਿਆ। ਸ਼ਰਮ ਆਉਂਦੀ ਆ ਸਾਨੂੰ ਸੁਣਦਿਆਂ ਨੂੰ ਕਿ ਤੁਸੀਂ ਨੇਤਾ ਯਾਰ ਕਾਹਦੇ ਹੋ ਜਿਹਨਾਂ ਬਦਲੇ ਲੋਕ ਏਦਾਂ ਬੋਲਣ ਹੀ ਕਿਉਂ? ਇਹਦਾ ਮਤਲਬ ਤੁਹਾਡੀ ਕਾਰਗੁਜ਼ਾਰੀ ਕਿੰਨੀ ਕੁ ਚੰਗੀ ਹੈ, ਫਿਰ ਤੁਸੀਂ ਵੋਟਾਂ ਦੀ ਆਸ ਰੱਖਦੇ ਹੋ। ਜਿਹੜਾ ਕਾਂਗਰਸ ਐਤਕੀ ਤੀਜੇ ਨੰਬਰ ਤੇ ਰਹਿ ਗਈ, ਮੇਰੇ ਤੋਂ ਲਿਖਾ ਲਓ, ਉਹ ਕਾਂਗਰਸ ਦੀ ਵੋਟ ਟੁੱਟ ਕੇ ਇਹ ਜ਼ਰੂਰ ਆਮ ਪਾਰਟੀ ਨੂੰ ਨੁਕਸਾਨ ਹੋਇਆ, ਉਹ ਜਿਹੜਾ ਰਾਮ ਰਹੀਮ ਛੱਡਿਆ ਜਾਂ ਹੋਰ ਫੈਕਟਰ ਹੈ ਨੁਕਸਾਨ, ਪਰ ਉਹਦਾ ਫਾਇਦਾ ਜਿਹੜੀ ਕਾਂਗਰਸ ਦੀ ਵੋਟ ਜਿੰਨੀ ਵੀ ਕੱਟੇਗੀ ਉਹ ਅਕਾਲੀਆਂ ਨੂੰ ਨਹੀਂ ਜਾਏਗੀ, ਉਹ ਆਮ ਨੂੰ ਆਏਗੀ। ਸੋ ਆਮ ਫਿਰ ਵੀ ਉੱਪਰ ਜਾਏਗਾ। ਮੈਨੂੰ ਲੱਗਦਾ ਆਮ ਪਾਰਟੀ ਜਿੱਤ ਜਾਏਗੀ, ਕਿ ਬਣਾ ਜਾਏਗੀ ਆਪਣੀ ਸਰਕਾਰ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਤੁਹਾਡੇ ਇਸ ਵਿਚਾਰਾਂ ਦਾ। ਜਦੋਂ ਅਸੀਂ ਇਸ ਸਰਕਾਰ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਉਹਨਾਂ ਦੇ ਖਿਲਾਫ ਵੀ ਕਿੰਨੇ ਸਵਾਲ ਉੱਠੇ ਹੋਏ ਹੈ। ਅਗਰ ਉਹ ਸਰਕਾਰ ਬਣਾ ਵੀ ਲੈਂਦੇ ਹੈ, ਇੱਕ ਇਹ ਕਮੈਂਟ ਉੱਠਿਆ ਸੀ ਜੋ ਪੁਰਾਣੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਇੱਥੇ USA ਦੇ ਵਿੱਚ, ਉਹਨਾਂ ਨੇ ਇੱਕ ਇਹ ਲਫ਼ਜ਼ ਵਰਤਿਆ ਸੀ ਇਸ ਪਾਰਟੀ ਨੂੰ ਲੈ ਕੇ ਕਿ ਇਹ ਡੈਮੋਕ੍ਰੈਟਿਕ ਨਹੀਂ, ਇਹ ਅਥਾਰਟੇਰੀਅਨ ਹੈਗੀ। ਇੱਕ ਡੈਮੋਕ੍ਰੇਸੀ ਦੇ ਵਿੱਚ, ਇੱਕ ਡੈਮੋਕ੍ਰੇਸੀ ਬਣਾਉਣ ਲਈ ਜੋ ਪਾਰਟੀ ਅੱਗੇ ਆ ਰਹੀ ਹੈ, ਖਾਸ ਕਰਕੇ ਪੰਜਾਬ ਦੇ ਵਿੱਚ, ਉਹਨੂੰ ਇੱਕ ਡੈਮੋਕ੍ਰੈਟਿਕ ਸੰਸਥਾ ਨਹੀਂ, ਉਹਨੂੰ ਇੱਕ ਅਥਾਰਟੇਰੀਅਨ ਸੰਸਥਾ ਦੀ ਤੌਰ ਤੇ ਡਿਸਕ੍ਰਾਈਬ ਕੀਤਾ ਗਿਆ ਹੈ। ਸੋ ਕਿੰਨੀ ਕੁ ਅਸੀਂ ਆਸ ਰੱਖ ਸਕਦੇ ਹਾਂ ਕਿ ਅਗਰ ਆਮ ਆਦਮੀ ਅੱਗੇ ਵੀ ਆਂਦੀ ਹੈ, ਮੈਜੋਰਿਟੀ ਲੈ ਵੀ ਜਾਂਦੀ ਹੈ, ਕਿਸ ਤਰ੍ਹਾਂ ਤਾਂ ਉਹ ਰਾਜ ਕਰਨਗੇ? ਕੀ ਇਹ ਰਾਜ ਇੱਕ ਅਥਾਰਟੇਰੀਅਨ ਦਿੱਲੀ ਵਰਗਾ ਰਾਜ ਹੋਏਗਾ, ਦਿੱਲੀ ਤੋਂ ਰਾਜ ਹੋਏਗਾ ਪੰਜਾਬ ਤੇ? ਕੀ ਇਸ ਚੀਜ਼ ਦੇ ਨਾਲ ਪੰਜਾਬੀ ਸਹਿਮਤੀ ਰੱਖਣਗੇ? ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹੈਲੋ ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। ਹੈਲੋ ਹੈਲੋ ਸਰ, ਤੁਸੀਂ ਔਨ 에ਅਰ ਹੋ, ਤੁਸੀਂ ਬੋਲ ਸਕਦੇ ਹੋ। ਸਰ ਟੀਵੀ ਨੂੰ ਨਾ ਸੁਣੋ, ਤੁਸੀਂ ਔਨ 에ਅਰ ਸਾਡੇ ਨਾਲ। ਆਈ ਥਿੰਕ ਕਾਲਰ ਦੀ ਕਾਲ ਕੱਟ ਗਈ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ, ਜੋ ਤੁਸੀਂ ਟੀਵੀ ਤੇ ਸੁਣ ਰਹੇ ਹੋ ਉਹ ਕੁਝ ਮਿੰਟ ਦੀ ਡਿਲੇ ਹੁੰਦੀ ਹੈ। ਅਗਰ ਤੁਸੀਂ ਮੇਰੇ ਨਾਲ ਫੋਨ ਤੇ ਜੁੜੇ ਹੋਏ ਹੋ, ਫੋਨ ਦੀ ਜਦੋਂ ਤੁਸੀਂ ਆਵਾਜ਼ ਸੁਣਦੇ ਹੋ, ਜ਼ਰੂਰ ਫੋਨ ਤੇ ਆਵਾਜ਼ ਨੂੰ ਸੁਣ ਕੇ ਗੱਲ ਕਰਿਆ ਕਰੋ, ਕਿਉਂਕਿ ਟੀਵੀ ਤੇ ਡਿਲੇ ਹੁੰਦੀ ਹੈ। ਬੇਨਤੀ ਕਰਦੇ ਹਾਂ, ਜਿਨ ਕਾਲਰਸ ਦੀ ਅਸੀਂ ਕਾਲ ਹੁਣੇ ਚੁੱਕੀ ਸੀ, ਤੁਸੀਂ ਜ਼ਰੂਰ ਵਾਪਸ ਕਾਲ ਕਰ ਸਕਦੇ ਹੋ। ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ, ਤੁਹਾਡੇ ਵਿਚਾਰ ਲੈਣਾ ਚਾਹੁੰਦੇ ਹਾਂ, ਖਾਸ ਕਰਕੇ ਕਿਸ ਪਾਰਟੀ ਦੀ ਮੈਜੋਰਿਟੀ ਬਣੂਗੀ, ਹੰਗ ਅਸੈਂਬਲੀ ਹੋਏਗੀ? ਅਗਰ ਆਮ ਆਦਮੀ ਪਾਰਟੀ ਅੱਗੇ ਆਂਦੀ ਹੈ, ਉਹਨਾਂ ਨੂੰ ਉਹ ਮੌਕਾ ਮਿਲਦਾ ਹੈ ਜਿਹਦੇ ਲਈ ਉਹ ਤਰਸ ਰਹੇ ਸੀ, ਜਿਹਦੇ ਲਈ ਉਹ ਕਿੰਨੀ ਮਿਹਨਤ ਕਰ ਰਹੇ ਹੈ। ਨੋ ਡਾਊਟ ਆਮ ਆਦਮੀ ਪਾਰਟੀ ਨੇ ਤੇ ਅਰਵਿੰਦ ਕੇਜਰੀਵਾਲ ਨੇ ਬਹੁਤ ਮਿਹਨਤ ਕੀਤੀ ਹੈ ਤੇ ਵੱਖ-ਵੱਖ ਤਰੀਕੇ ਅਪਣਾਏ ਹੈ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਆਪ ਦੀ ਜਗ੍ਹਾ ਬਣਾ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਉਹ ਗਲਤੀਆਂ ਤੋਂ ਅੱਗੇ ਨਿਕਲ ਸਕਦੇ ਹਾਂ ਜੋ 17 ਦੀ ਕੈਂਪੇਨ ਦੇ ਵਿੱਚ ਕੀਤੀਆਂ ਗਈਆਂ ਸੀ। ਕੀ ਇਹ ਸਾਰੀ ਮਿਹਨਤ ਫਲ ਲੈ ਕੇ ਆਉਗੀ ਆਪ ਲਈ? ਅਗਰ ਫਲ ਲੈ ਕੇ ਆਂਦੀ ਹੈ, ਉਸ ਫਲ ਦਾ ਪੰਜਾਬ ਲਈ ਕੀ ਨਤੀਜਾ ਹੋਏਗਾ? ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਅਸ਼ਮਿਤਾ ਜੀ। ਮੈਨੂੰ ਲੱਗਦਾ ਹੈ ਕਿ ਜੋ ਭਵਿੱਖਬਾਣੀ ਸਾਰੇ ਕਰ ਰਹੇ ਹੈ ਕਾਫੀ ਹੱਦ ਤੱਕ ਕਾਫੀ ਠੀਕ ਹੈ, ਪਰ ਇੱਕ ਚੀਜ਼ ਬਹੁਤ ਕਲੀਅਰ ਹੈਗੀ ਹੈ ਕਿ ਮੈਨੂੰ ਸਿੱਧੂ ਸਾਹਿਬ ਦਾ ਫਿਕਰ ਹੈ, ਉਹਨਾਂ ਦਾ ਕੈਰੀਅਰ, ਪੋਲੀਟੀਕਲ ਕੈਰੀਅਰ ਇਸ ਲੱਗਦਾ ਇਲੈਕਸ਼ਨ ਵਿੱਚ ਸ਼ਾਇਦ ਖਤਮ ਹੋ ਜਾਏ, ਕਿਉਂਕਿ ਜਿਸ ਤਰੀਕੇ ਦੀ ਉਹਨਾਂ ਦੀ ਲੋਕਾਂ ਨੇ ਉਹਨਾਂ ਦੇ ਬਾਰੇ ਕਿਹਾ ਹੈ ਜਾਂ ਉੱਥੋਂ ਦੀ ਭਵਿੱਖਬਾਣੀ ਹੈਗੀ ਹੈ। ਤੇ ਬਾਕੀ ਪਾਰਟੀਆਂ ਕਿਹੜੀਆਂ ਹੁੰਦੀਆਂ ਮੈਨੂੰ, ਕਿਉਂਕਿ ਸਾਰੇ ਅੰਦਰੋਂ ਹੀ ਸਾਰੇ ਇਕੱਠੇ ਹੈਗੇ ਆ, ਭਾਵੇਂ ਉੱਪਰੋਂ ਜਿਸ ਮਰਜ਼ੀ ਗਾਲਾਂ ਕੱਢਦੇ ਰਹਿਣ। ਜਿਸ ਤਰ੍ਹਾਂ ਹੁਣ ਆਪ ਔਰ ਕਾਂਗਰਸ ਮੈਨੂੰ ਲੱਗਦਾ ਹੈ ਸ਼ਾਇਦ ਸਭ ਤੋਂ ਪਹਿਲਾਂ ਮੈਂ ਕਿਹਾ ਬਾਜਵਾ ਸਾਹਿਬ ਨੇ ਜਾਂ ਕਿਸੇ ਨੇ ਗੱਲ ਕੀਤੀ ਸੀ, ਇਹ ਦੋ ਪਾਰਟੀਆਂ ਇਕੱਠੀਆਂ ਹੋਣ ਦਾ ਚਾਂਸ ਹੈਗਾ। ਅਗਰ ਆਪ ਨੂੰ ਮੈਜੋਰਟੀ ਨਾ ਆਈ ਤਾਂ ਕਾਂਗਰਸ ਦੇ ਨਾਲ ਇਹਨਾਂ ਦਾ ਗੱਠਜੋੜ ਸ਼ੁਰੂ ਹੋ ਸਕਦਾ ਹੈ, ਜਾਂ ਨਹੀਂ ਤੇ ਉਧਰ ਦੂਸਰੇ ਪਾਸੇ ਅਕਾਲੀ ਤੇ BJP ਤੇ ਕੈਪਟਨ ਉਹ ਸਾਰੇ ਇਕੱਠੇ ਹੋ ਸਕਦੇ। ਡਿਪੈਂਡ ਕਰਦੇ ਕਿ ਕਿਹੜੀ ਪਾਰਟੀ ਦੇ ਜ਼ਿਆਦਾ ਹੁੰਦੇ MLA, ਉਹਦੇ ਹਿਸਾਬ ਨਾਲ ਫਿਰ ਉਹਨਾਂ ਨੇ ਚੀਫ ਮਿਨਿਸਟਰ ਚੂਜ਼ ਕਰਨਗੇ।
ਤੇ ਦੋਨਾਂ ਪਾਰਟੀਆਂ ਦੇ ਵਿੱਚ ਇਹੀ ਦੋਨਾਂ ਇਧਰੋਂ ਆਪ ਨਾਲ ਇਹਦਾ ਹੈ ਤੇ ਜਿਹੜੇ ਵਿਚਾਰੇ ਕਿਸਾਨ ਹੈਗੇ ਆ ਉਹਨਾਂ ਦਾ ਡਾਊਨ ਡੋਲ ਹੀ ਹੈ ਕੰਮ। 2 ਜਾਂ 3 ਸੀਟਾਂ ਆਉਣਗੀਆਂ ਉਹਨਾਂ ਨੂੰ, ਪਰ ਉਹਨਾਂ ਦਾ ਕੋਈ ਇੰਨੀ ਜ਼ਰੂਰਤ ਨਹੀਂ ਪਈ ਕਿਸੇ ਨੂੰ ਕਿ ਉਹਨਾਂ ਨੂੰ ਮਿਲਣ ਵਾਸਤੇ। ਜੀ ਇਹ ਮੇਰੀ ਸੋਚ ਹੈਗੀ ਜੀ। ਵੈਰੀ ਵੈਰੀ ਗੁੱਡ ਓਪੀਨੀਅਨ। ਬਹੁਤ ਤੁਸੀਂ ਇੱਥੇ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਹੈ। ਨਵਜੋਤ ਸਿੰਘ ਸਿੱਧੂ ਜੋ ਕਿ ਇੰਨੇ ਪੋਪੂਲਰ, ਇੰਨੇ ਲੋਕੀ ਉਹਨਾਂ ਦੇ ਨਾਲ ਤੁਸੀਂ ਕਹਿ ਲਓ ਉਮੀਦਾਂ ਜੋੜ ਕੇ ਰੱਖੇ ਬੈਠੇ ਸੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਫਿਊਚਰ ਅੱਗੇ ਲੈ ਕੇ ਆ ਸਕਦਾ ਹੈ। ਉਸ ਨਵਜੋਤ ਸਿੰਘ ਸਿੱਧੂ ਦੀ ਅੱਜ ਕੀ ਸਥਿਤੀ ਬਣੀ ਹੋਈ ਹੈ ਤੇ ਇਹ ਸਾਰੀ ਚੀਜ਼ ਕਿਸ ਤਰ੍ਹਾਂ, ਵਾਰੀ ਫਿਰ ਸਾਡਾ ਸਵਾਲ, ਸਾਡਾ ਕੰਸਰਨ, ਸਾਡਾ ਲਗਾਵ ਸਿਰਫ ਤਾਂ ਸਿਰਫ ਪੰਜਾਬ ਦੇ ਨਾਲ ਹੈ। ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੋਏ, ਅਰਵਿੰਦ ਕੇਜਰੀਵਾਲ ਹੋਏ, ਸੁਖਬੀਰ ਸਿੰਘ ਬਾਦਲ ਹੋਏ, ਕੋਈ ਚੰਗਾ ਤਾਂ ਕਰੇ, ਕੋਈ ਉਮੀਦ ਤਾਂ ਦਿਖਾਏ ਕਿ ਚੰਗਾ ਅਸੀਂ ਕਰ ਸਕਦੇ ਹਾਂ। ਖੋਖਲੇ ਵਾਅਦੇ ਨਹੀਂ ਸਾਨੂੰ ਚਾਹੀਦੇ, ਖੋਖਲੇ ਵਾਅਦੇ ਅਸੀਂ ਸੁਣ ਕੇ ਥੱਕ ਗਏ ਹਾਂ। ਐਕਸ਼ਨ ਚਾਹੀਦਾ ਹੁਣ, ਬਟ ਐਕਸ਼ਨ ਲੱਗਦਾ ਨਹੀਂ ਕਿ ਕਿਸੇ ਦੇ ਵਿੱਚ ਵੀ ਇੰਨੀ ਕੁ ਹਿੰਮਤ ਹੈਗੀ ਕਿ ਇਹੋ ਜਿਹਾ ਐਕਸ਼ਨ ਉਹ ਲੈ ਕੇ ਆਉਣ ਜਿਹਦੇ ਨਾਲ ਚੀਜ਼ਾਂ ਜੜ ਤੋਂ ਚੇਂਜ ਹੋ ਸਕਦੀਆਂ। ਜਦੋਂ ਅਸੀਂ ਸਿਸਟੈਮਿਕ ਚੇਂਜ ਦੀ ਗੱਲ ਕਰਦੇ ਹਾਂ, ਜੜ ਤੋਂ ਚੀਜ਼ਾਂ ਨੂੰ ਬਦਲਣ ਦੀ ਲੋੜ ਹੈਗੀ, ਨਾ ਕਿ ਸਿਰਫ ਸਰਫੇਸ ਤੋਂ ਦਿਖਾਵੇ ਦੀ ਚੇਂਜ ਤੇ ਖੋਖਲੇ ਵਾਅਦਿਆਂ ਨਾਲ ਕੰਮ ਨਹੀਂ ਹੁਣ ਬਣਨਾ। ਸੋ ਇਹ ਅਸਲ ਦਾ ਚੇਂਜ ਇਹਨਾਂ ਦੇ ਵਿੱਚੋਂ ਕੋਈ ਕੈਂਡੀਡੇਟਸ ਲੈ ਕੇ ਵੀ ਆ ਸਕਦੇ ਹੈ। ਐਂਡ ਨਵਜੋਤ ਸਿੰਘ ਸਿੱਧੂ ਦਾ ਆਪਣਾ ਕੀ ਫਿਊਚਰ ਹੈਗਾ ਪੋਲੀਟੀਕਲੀ ਸਪੀਕਿੰਗ, ਕਾਂਗਰਸ ਦੇ ਵਿੱਚ, ਕਾਂਗਰਸ ਪਾਰਟੀ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਵੀ ਅਗਰ ਅਸੀਂ ਗੱਲ ਕਰੀਏ ਓਵਰਆਲ ਕੀ ਆਉਣ ਵਾਲਾ ਸਮਾਂ ਲੈ ਕੇ ਆਊਗਾ ਪੰਜਾਬ ਤੇ ਪੰਜਾਬ ਦੇ ਪੋਲੀਟੀਸ਼ੀਅਨਸ ਲਈ। ਇੱਕ ਹੋਰ ਨਿੱਕੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਤੁਹਾਡੇ ਨਾਲ ਗੱਲਾਂ ਜਾਰੀ ਰਹਾਂਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਲਾਈਵ ਪ੍ਰੋਗਰਾਮ ਇਹ ਪੇਸ਼ ਕਰ ਰਹੇ ਹਾਂ ਤੇ ਅੱਜ ਮੈਂ ਤੁਹਾਡੇ ਵਿਚਾਰ ਲਿੱਤੇ ਕਿ ਕਿਸ ਤਰ੍ਹਾਂ ਅਸੀਂ ਇਨ ਇਲੈਕਸ਼ਨਸ ਬਾਰੇ ਕੁਝ ਫੋਰਕਾਸਟਿੰਗ, ਕੁਝ ਪ੍ਰੈਡਿਕਸ਼ਨਸ ਕਰ ਸਕਦੇ ਹਾਂ। ਭਾਵੇਂ ਉਹ ਹੰਗ ਅਸੈਂਬਲੀ ਹੋਏ, ਭਾਵੇਂ ਉਹ ਜੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ, ਹਫ਼ਤਿਆਂ ਦੇ ਵਿੱਚ ਸਾਨੂੰ ਹੋਰ ਇੰਸੀਡੈਂਟਸ ਸੁਣਨ ਨੂੰ ਮਿਲਣਗੇ, ਜਿਸ ਤਰ੍ਹਾਂ ਕੁਝ ਪਿਛਲੇ ਦਿਨਾਂ ਦੇ ਵਿੱਚ ਨਿਕਲੇ ਆ, ਭਾਵੇਂ ਉਹ ਰਾਮ ਰਹੀਮ ਦੇ ਹੋਣ ਜਾਂ ਹੋਰ ਵੇਰੀਅਸ ਹਸਤੀਆਂ ਦੇ ਹੋਣ, ਜਿਨ੍ਹਾਂ ਦਾ ਆਫ ਕੋਰਸ ਅਸਰ ਤਾਂ ਹੁੰਦਾ ਹੈ ਇਨ ਇਲੈਕਸ਼ਨਸ ਤੇ ਇਨ ਇਲੈਕਸ਼ਨਸ ਦੇ ਰਿਜ਼ਲਟਸ ਤੇ। ਇਨ ਸਾਰੀ ਚੀਜ਼ਾਂ ਤੇ ਅਸੀਂ ਇੱਕ ਕਲੋਜ਼ ਨਜ਼ਰ ਰੱਖਾਂਗੇ, ਤੁਹਾਡੇ ਨਾਲ ਅਪਡੇਟਸ ਸ਼ੇਅਰ ਕਰਾਂਗੇ। ਬਟ ਮੈਂ ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ, ਇਸ ਇਲੈਕਸ਼ਨ ਦੇ ਵਿੱਚ ਕਾਫੀ ਇੱਕ ਤੁਸੀਂ ਕਹਿ ਲਓ ਕਰਾਊਡਡ ਫੀਲਡ ਸੀਗਾ। ਮੈਦਾਨ ਦੇ ਵਿੱਚ ਬਹੁਤ ਖਿਲਾੜੀ ਐਤਕੀ ਮੌਜੂਦ ਸੀ, ਬਟ ਖਿਲਾੜੀਆਂ ਦੇ ਵਿੱਚ ਕਮਜ਼ੋਰੀਆਂ ਜ਼ਿਆਦਾ ਵੇਖਣ ਨੂੰ ਮਿਲੀਆਂ। ਇਟਸ ਲਾਈਕ ਜਦੋਂ ਤੁਸੀਂ ਕੋਈ ਸਪੋਰਟਸ ਵੇਖਦੇ ਹੋ ਐਂਡ ਤੁਹਾਡੀ ਟੀਮ ਦੇ ਸਾਰੇ ਹੀ ਖਿਲਾੜੀ, ਕਿਸੇ ਦਾ ਗੋਡਾ ਦੁਖਦਾ ਹੈ, ਕਿਸੇ ਦਾ ਕੰਧਾ ਟੁੱਟਿਆ ਹੋਇਆ, ਕਿਸੇ ਦਾ ਹੱਥ ਨਹੀਂ ਚੱਲਦਾ, ਕਿਸੇ ਦੇ ਪੈਰ ਸੁੱਜੇ ਹੋਏ ਹੈ, ਇਹੋ ਜਿਹਾ ਇੱਕ ਮੈਚ ਸੀਗਾ। ਸਾਰੇ ਹੀ ਖਿਲਾੜੀਆਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ। ਕਾਲਰਸ ਨੇ ਬਹੁਤ ਵਧੀਆ ਤਰੀਕੇ ਨਾਲ ਅੱਜ ਇਨ ਵਿਚਾਰਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਜੋ ਕਿ ਇੱਕ 2017 ਦੇ ਵਿੱਚ ਕਿੰਨੇ ਜ਼ੋਰ ਸ਼ੋਰ ਨਾਲ ਮੈਜੋਰਿਟੀ ਸਰਕਾਰ ਬਣਾ ਗਈ, ਐਤਕੀ ਕਾਂਗਰਸ ਕੰਪਲੀਟਲੀ ਡਿਸਆਰਗਨਾਈਜ਼ਡ, ਮਤਲਬ ਪੁਰਜੇ ਜਿਹੇ ਹੋ ਗਏ ਕਾਂਗਰਸ ਦੇ। ਕਾਂਗਰਸ ਦੇ ਵਿੱਚ ਲੀਡਰ ਸੀਗੇ ਤੇ ਅੱਜ ਉਨ ਲੀਡਰਾਂ ਦਾ ਨਾਮੋ ਨਿਸ਼ਾਨੀ। ਇਨਫੈਕਟ ਜੋ ਅਪ ਐਂਡ ਕਮਿੰਗ ਤੁਸੀਂ ਕਹਿ ਲਓ ਇੱਕ ਲੀਡਰ ਬਣ ਸਕਦੇ ਸੀ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਬਾਰੇ ਬ੍ਰੇਕ ਤੋਂ ਪਹਿਲੇ ਗੱਲ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਬਣੂਗਾ ਕਿ ਉਹ ਪੋਲੀਟਿਕਸ ਦੇ ਵਿੱਚ ਵੀ ਰਹਿਣਗੇ ਜਿਸ ਤਰ੍ਹਾਂ ਚੀਜ਼ਾਂ ਪਲੇ ਆਊਟ ਹੋ ਰਹੀਆਂ। ਚੀਫ ਮਿਨਿਸਟਰ ਚੰਨੀ ਜੀ ਬਾਰੇ ਤਾਂ ਜ਼ਿਆਦਾ ਕਹਿਣ ਦੀ ਲੋੜ ਨਹੀਂ ਹੈਗੀ। ਉਹਨਾਂ ਦੇ ਆਪ ਦੇ ਇੰਨੀ ਕੰਟਰੋਵਰਸੀਜ਼, ਪਰਿਵਾਰ ਦੇ ਕੰਟਰੋਵਰਸੀਜ਼, ਉਹ ਤਾਂ ਇੱਦਾਂ ਜਿੱਦਾਂ ਤੁਸੀਂ ਕਹਿ ਲਓ ਨਾ ਖਿਲਾੜੀ ਸ਼ੁਰੂ ਹੋਣ ਤੋਂ ਪਹਿਲੇ ਹੀ ਹਾਰ ਗਿਆ ਅਨਫੋਰਚੂਨੇਟਲੀ। ਇੱਦਾਂ ਕਦੀ ਕਵਾਰ ਲੱਗਦਾ CM ਚੰਨੀ ਨੂੰ ਲੈ ਕੇ। ਇਹ ਤਾਂ ਚਲੋ ਕਾਂਗਰਸ ਸੀਗੀ।
ਅਕਾਲੀਆਂ ਦਾ ਤਾਂ ਮੈਂ ਬਿਲਕੁਲ ਕੁਛ ਨਹੀਂ ਕਹਾਂਗੀ, ਬਟ ਸ਼ਾਇਦ ਜਿਸ ਤਰ੍ਹਾਂ ਡਾਕਟਰ ਬਾਜਵਾ ਨੇ ਕਿਹਾ ਅਕਾਲੀਆਂ ਦੀ ਸਭ ਤੋਂ ਜ਼ਿਆਦਾ ਆਰਗੇਨਾਈਜ਼ਡ ਕੈਂਪੇਨ ਸੀਗੀ, ਬਟ ਹਿਪੋਕ੍ਰੇਸੀ ਤਾਂ ਫਿਰ ਉੱਥੇ ਦੀ ਉੱਥੇ ਹੀ ਹੈ। ਇੱਕ ਪਾਸੇ ਪੇਪਰ ਤੇ ਉਹ ਬੀਜੇਪੀ ਦੇ ਨਾਲ ਨਹੀਂ ਜੁੜੇ ਹੋਏ, ਬਟ ਅਗਰ ਤੁਸੀਂ ਉਹਨਾਂ ਦੇ ਐਕਸ਼ਨਸ ਦੇਖੋ ਤਾਂ ਲੱਗਦਾ ਤੇ ਬਿਲਕੁਲ ਹਲੇ ਵੀ ਜੁੜੇ ਹੋਏ ਹੈ। ਤੇ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਅਗਰ ਕੱਲ ਇੱਕ ਅਫੀਸ਼ੀਅਲ ਅਨਾਉਂਸਮੈਂਟ ਵੀ ਆ ਜਾਂਦੀ ਹੈ ਕਿ ਬੀਜੇਪੀ ਤੇ ਅਕਾਲੀਆਂ ਦੀ ਅਲਾਇੰਸ ਫਿਰ ਕਾਇਮ ਹੈ, ਕਿਸੇ ਨੂੰ ਹੈਰਾਨੀ ਨਹੀਂ ਹੋਣੀ। ਐਂਡ ਜੋ ਕਿ ਇੱਕ ਬਦਲਾਵ ਲੈ ਕੇ ਆਉਣ ਵਾਲੀ ਤੁਸੀਂ ਕਹਿ ਲਓ ਇੱਕ ਉਸ ਚੇਂਜ ਦੇ ਪਿੱਛੇ ਜੋ ਪਾਰਟੀ ਸੀਗੀ ਜੋ ਕਿੰਨੇ ਸਾਲਾਂ ਤੋਂ ਮਿਹਨਤ ਕਰ ਰਹੀ ਹੈ ਉਸ ਬਦਲਾਵ ਲਈ, ਆਮ ਆਦਮੀ ਪਾਰਟੀ, ਉਹਨਾਂ ਦੇ ਆਪ ਇਸ਼ੂਜ਼, ਉਹਨਾਂ ਤੇ ਆਪ ਦੇ ਸਵਾਲ ਇੰਨੇ ਉੱਠ ਰਹੇ ਹੈ ਕਿ ਕੀ ਇਹ ਇੱਕ ਪਾਰਟੀ ਡੈਮੋਕ੍ਰੈਟਿਕ ਵੀ ਹੈਗੀ ਤੇ ਕੀ ਇਹ ਪਾਰਟੀ ਪੰਜਾਬ 'ਚ ਆ ਕੇ ਪੰਜਾਬ ਨੂੰ ਮੌਕਾ ਦੇਗੀ ਕਿ ਆਪਣੇ ਪੈਰਾਂ ਤੇ ਖੜੇ ਹੋਣ ਦਾ। ਜਿਸ ਤਰ੍ਹਾਂ ਦੀ ਆਟੋਨੋਮੀ, ਮੈਂ ਕਿਸੇ ਕੰਟਰੀ ਦੀ ਨਹੀਂ ਗੱਲ ਕਰ ਰਹੀ, ਜਿਸ ਤਰ੍ਹਾਂ ਦੀ ਆਟੋਨੋਮੀ ਬਾਕੀ ਸਟੇਟਾਂ ਦੇ ਵਿੱਚ ਮੌਜੂਦ ਹੈ ਇੰਡੀਆ ਦੇ ਵਿੱਚ, ਸਦਰਨ ਤੁਸੀਂ ਕਿੰਨੀ ਸਟੇਟਸ ਵੇਖ ਲਓ, ਇਹੋ ਜੀ ਫਰੀडम, ਇਹੋ ਜੀ ਆਟੋਨੋਮੀ ਕੀ ਪੰਜਾਬ ਨੂੰ ਵੀ ਦਿੱਤੀ ਜਾਊਗੀ। ਸਿੰਪਲ ਚੀਜ਼ਾਂ, ਪਾਣੀ ਦੇ ਰਾਈਟਸ ਹੀ ਲੈ ਲਓ, ਰਿਪੇਰੀਅਨ ਰਾਈਟਸ ਹੀ ਲੈ ਲਓ, ਬਾਕੀ ਸਟੇਟਾਂ ਦੇ ਵਿੱਚ ਉਹ ਹੱਕ ਹੈਗੇ ਪਾਣੀ ਨੂੰ ਲੈ ਕੇ, ਪਾਣੀ ਦੇ ਵਾਟਰਵੇਜ਼ ਨੂੰ ਲੈ ਕੇ, ਲੇਕਿਨ ਪੰਜਾਬ ਦੇ ਵਿੱਚ ਜੇ ਤੋਂ ਪਾਣੀ ਲੰਘਦਾ ਹੈ ਉਹਦੇ ਕੋਲ ਕੋਈ ਹੱਕ ਨਹੀਂ ਹੈ ਪਾਣੀ ਦੇ। ਇਹੋ ਜਿਹੀ ਸਿੰਪਲ ਚੀਜ਼ਾਂ ਹੀ ਕਿ ਪੰਜਾਬ ਨੂੰ ਦਿੱਤੀਆਂ ਜਾਣਗੀਆਂ ਕਿਸੇ ਦਿੱਲੀ ਲੀਡਰਸ਼ਿਪ ਮਾਡਲ ਦੇ ਹੇਠ, ਬਹੁਤ ਵੱਡਾ ਸਵਾਲ ਉੱਠਦਾ ਹੈ ਆਮ ਆਦਮੀ ਪਾਰਟੀ ਲਈ। ਬਟ ਵਾਂਸ ਅਗੇਨ ਕਦੀ ਕਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਤਾਂ ਇਨ ਇਸ਼ੂਜ਼ ਨੂੰ ਉਠਾ ਕੇ ਥੱਕ ਜਾਂਦੇ ਹਾਂ। ਅਸੀਂ ਬਾਰ-ਬਾਰ ਇਹਨਾਂ ਦੇ ਬਾਰੇ ਗੱਲ ਕਰਦੇ ਹਾਂ, ਭਾਵੇਂ ਉਹ ਬੇਰੁਜ਼ਗਾਰੀ ਹੋਏ, ਭਾਵੇਂ ਉਹ ਪਾਣੀ ਦਾ ਮਸਲਾ ਹੋਏ, ਭਾਵੇਂ ਕਿਸਾਨਾਂ ਦਾ ਮਸਲਾ ਹੋਏ, ਭਾਵੇਂ ਨਸ਼ਿਆਂ ਦਾ ਮਸਲਾ ਹੋਏ, ਭਾਵੇਂ ਬਾਰਡਰ ਸਿਕਿਉਰਿਟੀ ਦਾ, ਟ੍ਰੇਡ ਦਾ ਮਸਲਾ ਹੋਏ, ਅਸੀਂ ਥੱਕ ਜਾਂਦੇ ਹਾਂ, ਸਾਡੇ ਗਲੇ ਸੁੱਕ ਜਾਂਦੇ ਹੈ। ਬਟ ਜੋ ਲੀਡਰਸ ਬੈਠੇ ਹੋਏ ਹੈ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਤੋਂ ਕੁਝ ਪਾਣੀ ਦਾ ਕਿਸੇ ਤੋਂ ਸੁਣਨ ਨੂੰ ਨਹੀਂ ਮਿਲਿਆ। ਆਈ ਡੋਂਟ ਨੋ ਤੁਹਾਨੂੰ ਕੁਝ ਸੁਣਨ ਨੂੰ ਮਿਲੇ, ਸਾਡੀ ਕਿਸੇ ਵੀ ਰਿਪੋਰਟਿੰਗ ਦੇ ਵਿੱਚ ਕਿਸੇ ਇੱਕ ਕੈਂਡੀਡੇਟ ਨੇ ਇਸ ਮਸਲੇ ਬਾਰੇ ਕੁਝ ਨਹੀਂ ਕਿਹਾ। ਇਹ ਤਾਂ ਬੇਸਿਕ ਇੱਕ ਰਾਈਟ ਹੈਗਾ, ਫੰਡਾਮੈਂਟਲ ਰਾਈਟ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਸੋਢੀ ਜੰਗੀਰ ਬੋਲ ਰਿਹਾ ਬ੍ਰੈਂਪਟਨ ਤੋਂ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ, ਕੈਨੇਡਾ ਤੋਂ ਤੁਹਾਨੂੰ ਸਵਾਗਤ। ਦੱਸੋ ਤੁਸੀਂ ਕੀ ਕਹਿਣਾ ਚਾਹੋਗੇ। ਮੈਂ ਰੀਸੈਂਟਲੀ ਜੋ ਇਲੈਕਸ਼ਨ ਤੋਂ ਪਹਿਲੇ ਦਾ ਸਿਨੈਰੀਓ ਸੀਗਾ ਉਹਦੇ ਵਿੱਚ ਦੇਖਣ ਵਿੱਚ ਇਹ ਆਇਆ ਕਿ ਜਿਹੜੀ ਵੋਟ ਹੈ ਉਹ ਇੱਕ ਤਾਂ ਮਤਲਬ ਪੈਸੇ ਦੇ ਬੇਸ ਦੇ ਉੱਤੇ, ਜਿਹਦੇ ਵਿੱਚ ਕੋਈ ਮਤਲਬ ਲਾਲਚ ਹੋ ਸਕਦਾ ਕਿ ਪੋਲੀਟੀਕਲ ਡਿਵੀਜ਼ਨ ਹੈ, ਰਿਲੀਜੀਅਸ ਡਿਵੀਜ਼ਨ ਹੈ, ਕਾਸਟ ਡਿਵੀਜ਼ਨ ਹੈ। ਤੇ ਐਟ ਦਿਸ ਟਾਈਮ ਜਿਹੜੀ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਦੇ ਵਿੱਚ ਜਿਹੜੇ ਇਹ ਚਾਰ ਪਾਰਟੀਆਂ ਜਿਹੜੀਆਂ ਇਕੱਠੀਆਂ ਹੋਈਆਂ, ਇੱਕ ਤੇ ਕੈਪਟਨ ਅਮਰਿੰਦਰ ਸਿੰਘ ਦੀ, ਤੇ ਉਹਦੇ ਨਾਲ ਅਕਾਲੀ ਦਲ ਦਾ ਜਿਹੜਾ ਸੈਕਸ਼ਨ ਜੁਆਇਨ ਹੋਇਆ, ਤੇ ਉਧਰ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ, ਇਹ ਚਾਰ ਪਾਰਟੀਆਂ ਰਲ ਕੇ ਤੇ ਬੀਜੇਪੀ ਬਾਹਰੋਂ ਸਪੋਰਟ ਦੇ ਕੇ ਗਵਰਨਮੈਂਟ ਬਣਾ ਸਕਦੇ ਆ ਜੀ। ਇਹ ਮੇਰੀ ਆਪਣੀ ਓਪੀਨੀਅਨ ਹੈ ਜੀ, ਕਿਉਂਕਿ ਬਹੁਤ ਜ਼ਿਆਦਾ ਟਰਮੋਇਲ ਹੈ ਤੇ ਉਹਦੇ ਵਿੱਚ ਜਿਹੜੀ ਸੈਂਸਿਟਿਵ ਵੋਟ ਹੈ ਉਹ ਤਾਂ ਐਡੀ ਹੈ ਨਹੀਂ। ਜੋ ਵੀ ਆ ਉਹ ਜਿਹੜੀ ਮੋਮੈਂਟਰਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਵਿੰਡਫਾਲ ਵੋਟਸ ਹੈਗੀਆਂ, ਜਿੱਧਰ ਨੂੰ ਜੇ ਕਿਸੇ ਨੂੰ ਪੈਸੇ ਚਾਹੀਦੇ ਉਹਨੇ ਪੈਸੇ ਲੈ ਕੇ ਵੋਟ ਪਾਤੀ, ਜਿਹੜਾ ਰਿਲੀਜੀਅਸ ਬੇਸ ਹੈ ਉਹਨੇ ਰਿਲੀਜੀਅਸ ਬੇਸ ਨਾਲ ਵੋਟ ਪਾਤੀ। ਬਟ ਅਲਟੀਮੇਟਲੀ ਇਹ ਜਿਹੜਾ ਗਰੁੱਪ ਹੈ they are going to get benefit. Thank you ਜੀ। ਥੈਂਕ ਯੂ ਸੋ ਮਚ ਸੋਢੀ ਜੀ, ਕੈਨੇਡਾ ਤੁਸੀਂ ਸਾਡੇ ਨਾਲ ਜੁੜੇ ਪ੍ਰੋਗਰਾਮ ਦੇ ਵਿੱਚ। ਜਾਂਦੇ ਕੁਝ ਇੰਪੋਰਟੈਂਟ ਚੀਜ਼ਾਂ ਕਹਿ ਗਏ ਕਿ ਅਲਾਇੰਸ ਤਾਂ ਬਣੂਗੀ, ਅਲਾਇੰਸ ਤਾਂ ਬਿਲਕੁਲ ਬਣੂਗੀ, ਬਟ ਅਲਾਇੰਸ ਜਦੋਂ ਵੀ ਇਹੋ ਜਿਹੀ ਅਲਾਇੰਸਿਸ ਬਣਦੀਆਂ, ਖਾਸ ਕਰਕੇ ਜਿਸ ਤਰ੍ਹਾਂ ਲੱਗਦਾ ਕਿ ਹੰਗ ਅਸੈਂਬਲੀ ਹੋਣ ਜਾ ਰਹੀ ਹੈ, ਉਹਦੇ ਵਿੱਚ ਇੱਕ ਵਾਰੀ ਫਿਰ ਫਾਇਦਾ ਕਿਸ ਦਾ ਹੁੰਦਾ ਹੈ। ਕਿਹੋ ਜਿਹੀ ਸਰਕਾਰ ਹੋਈ, ਕਿਹੋ ਜਿਹੀ ਡੈਮੋਕ੍ਰੇਸੀ ਹੋਈ, ਕਿਹੋ ਜਿਹੀ ਕੋਲਿਸ਼ਨ ਹੋਈ ਜਿਹਦੇ ਵਿੱਚ ਸਿਰਫ ਤਾਂ ਸਿਰਫ ਬਣਾਉਣ ਵਾਲਿਆਂ ਦਾ ਫਾਇਦਾ ਹੈ ਤੇ ਜਿਨ੍ਹਾਂ ਨੂੰ ਉਹ ਸਰਵਿਸ ਦੇ ਰਹੇ ਆ। ਬਿਕੋਜ਼ ਲੈਟਸ ਨਾਟ ਫੋਰਗੇਟ, ਇੱਥੇ ਇੱਕ ਚੀਜ਼ ਸਾਨੂੰ ਹਮੇਸ਼ਾ ਆਪਣੇ ਬਿਲਕੁਲ ਦਿਮਾਗ ਦੇ ਅੱਗੇ ਰੱਖਣੀ ਚਾਹੀਦੀ ਹੈ, ਫੋਰਫਰੰਟ 'ਤੇ, ਕਿ ਪੋਲੀਟੀਸ਼ੀਅਨਸ
ਪਬਲਿਕ ਸਰਵੈਂਟ ਹੁੰਦੇ ਹੈ, ਪੋਲੀਟੀਸ਼ੀਅਨਸ ਪਬਲਿਕ ਦੇ ਸਰਵੈਂਟ ਹੁੰਦੇ ਹੈ। ਬੜੇ ਕਿਹੋ ਜਿਹੇ ਪੋਲੀਟੀਸ਼ੀਅਨਸ ਹੋਏ ਜਿਨ੍ਹਾਂ ਦੇ ਅਲਾਇੰਸ ਬਣਾਉਣ ਤੋਂ ਬਾਅਦ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ, ਤੇ ਜਿਸ ਪਬਲਿਕ ਨੂੰ ਉਹ ਸਰਵ ਕਰਨ ਲਈ ਬੈਠੇ ਹੈ, ਇਲੈਕਟ ਹੋਏ ਹੈ, ਜਿਸ ਪਬਲਿਕ ਦੇ ਸਿਰ ਤੇ ਉਹ ਖਾ ਪੀ ਰਹੇ ਹੈ, ਉਹਨਾਂ ਨੂੰ ਨੁਕਸਾਨ ਤੇ ਨੁਕਸਾਨ ਹੋ ਰਿਹਾ ਹੈ। ਅਗਰ ਇਹੋ ਜਿਹੀ ਅਲਾਇੰਸ ਹੁੰਦੀ ਹੈ ਜਿਸ ਤਰ੍ਹਾਂ ਸੋਢੀ ਜੀ ਨੇ ਹੁਣੇ ਕਿਹਾ ਹੈ, ਇਹਦਾ ਫਾਇਦਾ ਤੇ ਨੁਕਸਾਨ ਕਿਹਨੂੰ ਹੋਏਗਾ? ਇਹ ਸਵਾਲ ਉੱਠਦਾ ਹੈ। ਅਲਾਇੰਸ ਤਾਂ ਕਿਸੇ ਨਾ ਕਿਸੇ ਦੀ ਜ਼ਰੂਰ ਬਣੂਗੀ ਐਂਡ ਫਾਇਦੇਮੰਦ ਬਣੂਗੀ, ਬਟ ਉਹ ਫਾਇਦਾ ਉਹਨਾਂ ਨੂੰ ਹੋਣਾ ਹੈ ਜੋ ਅਲਾਇੰਸ ਬਣਾ ਰਹੇ ਹੈ। ਸੋ ਵਨਸ ਅਗੇਨ ਕਦੀ ਕਵਾਰ ਦੁੱਖ ਵੀ ਹੁੰਦਾ ਹੈ ਇਹੋ ਜਿਹੀ ਚੀਜ਼ਾਂ ਸੋਚ ਕੇ ਤੇ ਤੁਹਾਡੇ ਨਾਲ ਗੱਲ ਕਰਕੇ ਇਸ ਤਰ੍ਹਾਂ, ਬਟ ਸਾਨੂੰ ਇੱਥੇ ਹਾਰ ਨਹੀਂ ਮੰਨਣੀ ਚਾਹੀਦੀ। ਫਿਰ ਵੀ ਲੱਗਦਾ ਹੈ ਕਿ ਚੀਜ਼ਾਂ ਭਾਵੇਂ ਉਨੀ ਤੇਜ਼ੀ ਦੇ ਨਾਲ ਨਹੀਂ ਠੀਕ ਹੋ ਰਹੀਆਂ, ਉਨੀ ਤੇਜ਼ੀ ਦੇ ਨਾਲ ਨਹੀਂ ਪ੍ਰੋਗਰੈਸ ਹੋ ਰਿਹਾ, ਬਟ ਐਟਲੀਸਟ ਲੋਕੀ ਗੱਲ ਤਾਂ ਕਰ ਰਹੇ ਹੈ, ਐਟਲੀਸਟ ਲੋਕੀ ਜਾਣਕਾਰ ਤਾਂ ਹੈਗੇ, ਜਾਗਰੂਕ ਤਾਂ ਹੈਗੇ ਕਿ ਇਨ ਚੀਜ਼ਾਂ ਨੂੰ ਜੜ ਤੋਂ ਪੱਟ ਕੇ ਹੀ ਚੇਂਜ ਲੈ ਕੇ ਆਉਣਾ ਪੈਣਾ। ਚਲੋ ਇਹ ਪਾਰਟੀਜ਼ ਨਹੀਂ ਲੈ ਕੇ ਆਉਣਗੀਆਂ, ਅਗਲੀ ਵਾਰੀ ਦੇਖ ਲਾਂਗੇ, ਬਟ ਬਦਲਾਵ ਤਾਂ ਆਊਗਾ ਜ਼ਰੂਰ। ਸਾਨੂੰ ਇਸ ਚੀਜ਼ ਦੀ ਉਮੀਦ ਹੈ ਕਿ ਹਲੇ ਵੀ ਭਾਵੇਂ ਇੰਡੀਆ ਲੈ ਲਓ, ਭਾਵੇਂ ਪੰਜਾਬ ਦਾ ਇਤਿਹਾਸ ਲੈ ਲਓ, ਕਾਫੀ ਇਹ ਇੱਕ ਯੰਗ ਹਿਸਟਰੀ ਹੈਗੀ। ਯੂਨਾਈਟਿਡ ਸਟੇਟਸ ਦੀ ਅਗਰ ਹਿਸਟਰੀ ਦੇ ਨਾਲ ਅਸੀਂ ਕੰਪੇਅਰ ਕਰੀਏ, ਜੋ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਹੈਗੀ, ਆਲਮੋਸਟ 300 ਸਾਲ ਪੁਰਾਣੀ ਹੁਣ ਹੋ ਗਈ। ਜਦੋਂ ਅਮਰੀਕਾ ਵੀ ਪਹਿਲੇ ਬਣਿਆ ਸੀ, ਪਹਿਲੇ 100-150 ਸਾਲ ਬਹੁਤ ਤਕਲੀਫਾਂ ਇੱਥੇ ਆਈਆਂ, ਸਿਵਲ ਵਾਰ ਇੱਥੇ ਆਈ, ਇਹ ਵੀ ਮੁਲਕ ਆਲਮੋਸਟ 2 ਹਿੱਸਿਆਂ ਦੇ ਵਿੱਚ ਟੁੱਟ ਗਿਆ ਸੀ, ਬਟ ਨਹੀਂ ਟੁੱਟਿਆ। ਸਿਵਲ ਵਾਰ ਤੋਂ ਬਾਅਦ ਇਹ ਜੁੜਿਆ ਰਿਹਾ ਤੇ ਹੋਰ ਵੀ ਮਜ਼ਬੂਤ ਹੋਇਆ। ਤੇ ਸਾਨੂੰ ਵੀ ਇਹੋ ਜਿਹੀ ਆਸ ਹੈ, ਜਿੱਥੇ ਸਾਡੀ ਜੜ੍ਹਾਂ ਜੁੜੀਆਂ ਹੋਈਆਂ ਕਿ ਅੱਜ ਨਹੀਂ ਤਾਂ ਕੱਲ੍ਹ ਸਹੀ ਕਿ ਬਦਲਾਵ ਜ਼ਰੂਰ ਆਊਗਾ, ਪ੍ਰੋਗਰੈਸ ਜ਼ਰੂਰ ਆਊਗਾ, ਇੰਪਰੂਵਮੈਂਟ ਜ਼ਰੂਰ ਆਊਗੀ। ਕਦੀ ਇਹੋ ਜਿਹਾ ਟਾਈਮ ਆਊਗਾ ਕਿ ਸਾਡੇ ਬੱਚੇ ਕਹਿਣਗੇ ਕਿ ਅਸੀਂ ਵੈਕੇਸ਼ਨ ਲਈ ਪੰਜਾਬ ਜਾਣਾ, ਯੂਰਪ ਨਹੀਂ ਜਾਣਾ, ਕਿਸੇ ਕੈਰੇਬੀਅਨ ਆਈਲੈਂਡ ਨਹੀਂ ਅਸੀਂ ਜਾਣਾ, ਅਸੀਂ ਪੰਜਾਬ ਜਾਣਾ ਹੈ, ਜਿੱਥੇ ਸਾਡੀ ਪੁਸ਼ਤੀਆਂ ਪਹਿਲੀ ਪੀੜ੍ਹੀਆਂ ਆਉਂਦੀਆਂ, ਜਿੱਥੇ ਸਾਡੇ ਗੁਰੂਆਂ ਨੇ ਰਾਜ ਕੀਤਾ ਸੀ, ਉੱਥੇ ਜਾਣਾ ਸੀ। ਸੋ ਇਸੀ ਆਸ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।